ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਅੱਜ ਦਿਨ ਬੁੱਧਵਾਰ, ਇਸ ਦਿਨ ਇਹ ਪ੍ਰੋਗਰਾਮ ਅਸੀਂ ਬਿਲਕੁਲ ਲਾਈਵ ਫੇਸਬੁੱਕ ਤੇ ਸਾਡੇ YouTube ਚੈਨਲ ਤੇ ਕਰਦੇ ਹਾਂ ਤੇ ਸਾਡੀ ਚਰਚਾ ਦੇ ਨਾਲ ਤੁਸੀਂ ਆਪਣੀਆਂ ਟਿੱਪਣੀਆਂ ਰਾਹੀਂ ਆਪਣੇ ਸਵਾਲਾਂ ਰਾਹੀਂ ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ। ਸੋ ਉਮੀਦ ਤੇ ਅਪੀਲ ਕਿ ਅੱਜ ਫਿਰ ਤੁਸੀਂ ਆਪਣੀ ਸ਼ਿਰਕਤ ਆਪਣਾ ਹਿੱਸਾ ਇਸ ਪ੍ਰੋਗਰਾਮ 'ਚ ਪਾਓਗੇ। ਪਰ ਉਸ ਤੋਂ ਪਹਿਲਾਂ ਉਹ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਦੇਵ ਸਿੱਧੂ ਸਾਹਿਬ ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਹੋਰ ਦਲਜੀਤ ਜੀ ਕਿੱਦਾਂ? ਬਹੁਤ ਵਧੀਆ। ਪਿਛਲੀ ਵਾਰ ਇਕੱਲੇ ਹੀ ਡਟੇ ਸੀ। ਬਿਲਕੁਲ। ਤੇ ਤੁਸੀਂ ਆਏ ਮੇਰੀ ਗੈਰ ਹਾਜ਼ਰੀ ਹੈ ਨਾ ਲੱਗੀ, ਤੁਸੀਂ ਇਕੱਲੇ ਡਟੇ ਸੀ ਕਿਉਂਕਿ ਖਾਸ ਤੌਰ ਤੇ ਇੱਥੇ ਬੜੀ ਲਾਈਫ ਬਿਜ਼ੀ ਆ। ਜੀ। ਆਪਾਂ ਇਹ ਗੱਲ ਕਰਦੇ ਆ ਕਿ ਕਿਉਂਕਿ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਆਪਣੇ ਬਜ਼ੁਰਗ, ਆਪਣੇ ਭਾਈ ਭਰਾ, ਆਂਢੀ ਗੁਆਂਢੀ, ਜੀ ਜੇ ਕੋਈ ਆਪਾਂ ਨੂੰ ਕੰਮ ਵੀ ਪੈ ਜਾਂਦਾ ਆਪਾਂ ਕਿਸੇ ਹੋਰ ਨੂੰ ਕਹਿ ਸਕਦੇ ਆ। ਬਿਲਕੁਲ। ਪਰ ਇੱਥੇ ਸਾਰੇ ਕੰਮ, ਸਾਰੀ ਭੂਮਿਕਾ ਆਪਾਂ ਨੂੰ ਨਿਭਾਉਣੀ ਪੈਂਦੀ ਆ। ਇਸ ਕਰਕੇ ਅਸੀਂ ਸਮਝਦੇ ਆ ਇਹ ਗੱਲ। ਪਰ ਫਿਰ ਵੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਉਂਦੇ ਹੋ ਜੀ। ਤੇ ਧੰਨਵਾਦ। ਨਹੀਂ, ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੈਨੂੰ ਮੌਕਾ ਦਿੰਦੇ ਹੋ। ਆਪਾਂ ਇੱਕ ਉਹ ਕਹਿੰਦੇ ਹੁੰਦੇ ਸੱਭਿਅਕ ਇੱਕ ਦੂਜੇ ਦਾ ਧੰਨਵਾਦ ਕਰਦੀ ਮੌਕਾ ਮਿਲਿਆ। ਤੇ ਇਹਦੇ ਨਾਲ ਦਲਜੀਤ ਜੀ ਮੌਸਮ ਦਾ ਸੁਣਾਓ, ਕੀ ਹਾਲ ਆ ਮੌਸਮ? ਜੇ ਆਪਾਂ ਇੱਥੇ ਦੀ ਗੱਲ ਕਰੀਏ, ਇੱਥੇ ਬਹੁਤ ਜ਼ਿਆਦਾ ਠੰਡ ਹੋ ਗਈ ਹੈ। ਜਾਨੀ ਇੰਨੀ ਨਹੀਂ ਆਪਾਂ ਕਹਿ ਸਕਦੇ, ਮੈਨੂੰ ਵਰਗੀ ਠੰਡ ਦਾ ਨਹੀਂ। ਹਾਂਜੀ ਬਿਲਕੁਲ। ਤੇ ਠੰਡ ਇੱਥੇ ਦੇ ਹਿਸਾਬ ਦੇ ਨਾਲ, ਬ੍ਰਿਸਬੇਨ ਦੇ ਨਾਲ, ਕਿਉਂਕਿ ਬੜਾ ਟ੍ਰੋਪੀਕਲ ਵੈਦਰ ਹੈ ਇੱਥੇ ਦਾ ਜੀ। ਤੇ ਉੱਥੇ ਦੇ ਹਿਸਾਬ ਦੇ ਨਾਲ ਕਾਫੀ ਠੰਡ ਹੋ ਚੁੱਕੀ ਆ। ਭਾਵੇਂ ਕਿ ਦਿਨ ਨੂੰ ਭਾਵੇਂ ਟੀ-ਸ਼ਰਟ ਆ ਤੁਸੀਂ ਪਾ ਕੇ ਘੁੰਮੋ, ਬਹੁਤ ਵਧੀਆ ਧੁੱਪ ਹੁੰਦੀ ਆ। ਧੁੰਦ ਕੋਰੇ ਦਾ ਇੱਥੇ ਕੋਈ ਚੱਕਰ ਨਹੀਂ ਹੈਗਾ। ਮੈਲਬੌਰਨ, ਸਿਡਨੀ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਠੰਡ ਪੈਂਦੀ ਆ, ਪਰ ਇੱਥੇ ਦੇ ਹਿਸਾਬ ਦੇ ਨਾਲ ਬੜਾ ਖੂਬਸੂਰਤ ਮੌਸਮ ਬਣਿਆ ਹੋਇਆ। ਸਵੇਰੇ ਸ਼ਾਮ ਦੀ ਠੰਡ ਹੈ। ਬਿਲਕੁਲ। ਮੌਸਮ ਦੀ ਗੱਲ ਚੱਲੀ ਆ ਤੇ ਇਹਦੇ ਨਾਲ ਮੈਂ ਭਾਰਤ ਦੇ ਮੌਸਮ ਦੀ ਵੀ ਗੱਲ ਕਰਨੀ ਚਾਹੂੰ, ਕਿਉਂਕਿ ਸਾਡੇ ਜਿਹੜੇ ਬਾਬੇ ਦਾਦੇ ਆ, ਜਿਹੜੇ ਟਰਾਲੀਆਂ ਵਾਲੇ ਕਿਸਾਨ, ਸਾਡਾ ਮੁੱਢ, ਉਹ ਪਿਛਲੇ 5-7-6 ਮਹੀਨਿਆਂ ਤੋਂ ਉੱਤੋਂ ਇਹਦਾ ਸਮਾਂ ਹੋ ਗਿਆ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਆ। ਪਰ ਕੱਲ੍ਹ ਦੀਆਂ ਖਬਰਾਂ ਇੱਦਾਂ ਦੀਆਂ ਆ ਰਹੀਆਂ, ਵੀਡੀਓਜ਼ ਆ ਰਹੀਆਂ ਕਿ ਉੱਥੇ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ, ਜਿੱਥੇ ਕਾਫੀ ਪਰੇਸ਼ਾਨੀ ਉਹਨਾਂ ਨੂੰ ਆ ਰਹੀ ਆ। ਕਿੱਦਾਂ ਦੇਖਦੇ ਹੋ? ਦੇਖੋ, ਕਾਫੀ ਹਰਿਆਣਾ ਤੇ ਪੰਜਾਬ ਦੇ ਵਿੱਚ ਝੱਖੜ ਚੱਲੇ ਆ। ਝੱਖੜਾਂ ਦੇ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਹਨੇਰੀ ਜਿਹੜੀ ਚੱਲੀ ਆ, ਕਹਿ ਸਕਦੇ ਆਪਾਂ। ਤੇ ਉਹਦੇ ਨਾਲ ਟੈਂਟ ਵੀ ਪੱਟ ਹੋਏ ਆ। ਈਵਨ ਕਿ ਜਿਹੜੇ ਕਿਸਾਨ ਵੈਸੇ ਵੀ ਨੋਰਮਲ ਹੈਗੇ ਆ, ਜਿਹੜੇ ਪੰਜਾਬ ਦੇ ਵਿੱਚ ਹੈਗੇ ਜਾਂ ਹਰਿਆਣਾ ਦੇ ਵਿੱਚ ਹੈਗੇ, ਉਹਨਾਂ ਨੂੰ ਵੀ ਕਾਫੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਜੀ। ਇਹਨਾਂ ਦਿਨਾਂ ਦੇ ਵਿੱਚ ਚੱਲਦੇ ਆ ਇਹ, ਕਿਉਂਕਿ ਮੌਸਮ ਦੇ ਵਿੱਚ ਕਾਫੀ ਗਰਮੀ ਹੋ ਜਾਂਦੀ ਆ। ਗਰਮ ਹਵਾ, ਠੰਡੀ ਹਵਾ ਦਾ ਚੱਕਰ ਪੈ ਜਾਂਦਾ। ਤੇ ਜਿਹੜੀ ਗਰਮ ਹਵਾ ਹੁੰਦੀ ਆ ਉੱਪਰ ਨੂੰ ਉੱਠਦੀ ਆ, ਜਿਹਦੇ ਨਾਲ ਹਨੇਰੀਆਂ ਬਹੁਤ ਆਉਂਦੀਆਂ ਇਹਨਾਂ ਦਿਨਾਂ ਦੇ ਵਿੱਚ ਜੀ। ਪਰ ਵੈਸੇ ਵੀ ਰਿਪੋਰਟ ਇਹ ਕਹਿੰਦੀ ਆ ਕਿ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਆ। ਭਾਵੇਂ ਕਿ ਪੈਰਿਸ ਸਮਝੌਤਾ ਹੋਇਆ ਸੀ, ਬਰਾਕ ਓਬਾਮਾ ਉਦੋਂ ਪ੍ਰੈਜ਼ੀਡੈਂਟ ਹੁੰਦੇ ਸੀ ਅਮਰੀਕਾ ਦੇ ਜੀ, ਤੇ ਯੂਰਪੀਅਨ ਕੰਟਰੀ ਸਾਰਿਆਂ ਨੇ ਸਮਝੌਤਾ ਕੀਤਾ ਸੀ। ਉਹਦੇ ਵਿੱਚ ਬਾਅਦ ਦੇ ਵਿੱਚ ਡੋਨਲਡ ਟਰੰਪ ਆਇਆ ਸੀ, ਇਹਨੇ ਅਲੱਗ ਕਰ ਲਿਆ ਸੀ। ਉਤੋਂ ਉਹਨਾਂ ਨੇ ਇਹੀ ਕਿਹਾ ਸੀ ਕਿ ਸਟੇਬਲ ਰੱਖਿਆ ਜਾਵੇ ਟੈਂਪਰੇਚਰ ਨੂੰ ਜੀ। ਪਰ ਅੱਜ ਮੈਂ ਇੱਕ ਸ਼ੋਅ ਦੇਖ ਰਿਹਾ ਸੀ, ਲੰਡਨ ਤੋਂ ਆਈ ਸੀ, ਜਿਹੜੀ ਕਿ ਉਹਦੇ ਵਿੱਚ ਇਹ ਅਧਿਐਨ ਦੇ ਵਿੱਚ ਦੱਸਿਆ ਗਿਆ ਸੀ। ਉਹ 'ਚ ਦੱਸਿਆ ਗਿਆ ਕਿ 2025 ਤੱਕ ਸਾਡੀ ਜਿਹੜੀ ਇਹ ਧਰਤੀ ਦਾ ਜਿਹੜਾ ਟੈਂਪਰੇਚਰ ਆ ਉਹ 1.5 ਡਿਗਰੀ ਤੱਕ ਵੱਧ ਜਾਣਾ ਜੀ। 1.5 ਡਿਗਰੀ ਵਧਣ ਦਾ ਮਤਲਬ ਇਹੀ ਆ ਕਿ ਇੱਦਾਂ ਦੇ ਚੱਕਰਵਾਤ, ਇੱਦਾਂ ਦੀਆਂ ਹਨੇਰੀਆਂ, ਇੱਦਾਂ ਦੇ ਹੜ੍ਹ, ਜੰਗਲਾਂ ਦੇ ਵਿੱਚ ਅੱਗ, ਇਹ ਇੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ, ਕੁਦਰਤੀ ਆਫਤਾਵਾਂ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਪਰ ਇਹ ਆਫਤਾਵਾਂ ਸਾਡੀ ਅਣਗਹਿਲੀ ਦੇ ਕਾਰਨ ਹੀ ਹੋਣੀਆਂ। ਸਾਡੀ ਅਣਗਹਿਲੀ ਦੇ ਨਾਲ ਸਾਡੀ ਕਰਤੂਤਾਂ ਕਹਿ ਸਕਦੇ ਹਾਂ। ਮੇਰੇ ਖਿਆਲ ਇਨਸਾਨ ਦਾ, ਜੋ ਇਨਸਾਨ ਆ ਪਿਛਲੇ ਕਈ ਸਾਲਾਂ ਤੋਂ ਨੇਚਰ ਨਾਲ, ਕੁਦਰਤ ਨਾਲ ਖਿਲਵਾੜ ਕਰ ਰਿਹਾ ਆ, ਮੇਰੇ ਖਿਆਲ ਉਹ ਇਹ ਜਿਹੜੀਆਂ ਉਹਨਾਂ ਚੀਜ਼ਾਂ ਦਾ ਸਿਲਾ ਆ ਜੋ ਕੁਝ ਵੀ ਹੋ ਰਿਹਾ ਆ। ਬਿਲਕੁਲ ਜੀ। ਤੇ ਇਹਦੇ ਨਾਲ ਦਲਜੀਤ ਜੀ, ਮੈਂ ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਦੋਸਤਾਂ ਨੇ ਵੀ ਸਿਰਲੇਖ ਪੜ੍ਹ ਲਿਆ ਹੋਣਾ ਆ ਇਸ ਪ੍ਰੋਗਰਾਮ ਦਾ ਕਿ ਲੀਡਰ ਕਈ ਆਏ ਕਈ ਚੱਲੇ, ਪਰ 84 ਦੇ ਜ਼ਖਮ ਅੱਜ ਵੀ ਅੱਲੇ। ਕਿਉਂਕਿ ਜਦੋਂ ਵੀ ਇਹਨਾਂ ਦਿਨਾਂ ਦੀ ਗੱਲ ਚੱਲਦੀ ਹੈ, ਜੂਨ ਦੀ ਗੱਲ ਚੱਲਦੀ ਹੈ, ਤਾਂ ਇਹ ਉਹ ਦਿਨ ਆ ਜਦੋਂ ਸਾਡੇ 84 ਦੇ ਜ਼ਖਮ, ਬੇਸ਼ੱਕ 84 ਆਪਾਂ ਕਹਿੰਦੇ ਹਾਂ ਭੁੱਲਿਆ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ, ਭੁੱਲਿਆ ਨਹੀਂ ਜਾਂਦਾ, ਪਰ ਜਦੋਂ ਜੂਨ ਦਾ ਪਹਿਲਾ ਮਹੀਨਾ ਹੁੰਦਾ, ਪਹਿਲਾ ਹਫ਼ਤਾ ਆਉਂਦਾ, ਤਾਂ ਉਹ ਜਿਹੜੇ ਜ਼ਖਮ ਫਿਰ ਤੋਂ ਅੱਲੇ ਹੋ ਜਾਂਦੇ ਆ, ਉਹ ਤਾਜ਼ਾ ਹੋ ਜਾਂਦੇ ਇੱਕ ਵਾਰ। ਕਿਉਂਕਿ 1984 ਦੇ 37 ਸਾਲ ਬੀਤਣ ਤੋਂ ਬਾਅਦ ਵੀ ਕਈ ਸਰਕਾਰਾਂ ਆਈਆਂ, ਕਈ ਗਈਆਂ, ਹਰੇਕ ਸਰਕਾਰ ਨੇ ਇਹ ਮੁੱਦਾ, ਇਹ ਮਸਲਾ ਆਪਣੇ ਛੱਜ 'ਚ ਪਾ ਕੇ ਛੱਟਿਆ, ਪਰ ਇਨਸਾਫ ਨਾ ਕਿਸੇ ਨੇ ਦਿੱਤਾ ਨਾ ਦਵਾਇਆ। ਪਹਿਲਾਂ ਘੱਲੂਘਾਰਾ ਅਸੀਂ ਦੇਖਦੇ ਹੁੰਦੇ ਸੀ, ਸਾਡੇ ਜਿਹੜੇ ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹਾਂ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਜੀ, ਉਹ ਅਸੀਂ ਦੇਖਦੇ ਰਹੇ ਹਾਂ। ਉਸ ਤੋਂ ਬਾਅਦ ਸਿੰਘਾਂ ਨੇ ਕਿੰਨੇ ਜ਼ਿਆਦਾ ਪ੍ਰੋਬਲਮਸ ਸਹੀਆਂ, ਉਹਦੇ ਬਾਰੇ ਵੀ ਅਸੀਂ ਕਾਫੀ ਇਤਿਹਾਸ ਦੇ ਵਿੱਚ ਜਾਣਦੇ ਹਾਂ। ਬਿਲਕੁਲ। ਪਰ ਅਜੋਕੇ ਜੇ ਅਸੀਂ ਗੱਲ ਕਰੀਏ ਕਿ ਜਿਹੜੀ 20ਵੀਂ ਸਦੀ ਜਿਹੜੀ ਬੀਤੀ ਆ,
ਉਹਦੇ ਵਿੱਚ ਇਹ ਹੋਇਆ ਕਿ 1947 ਦੇ ਵਿੱਚ ਜਦੋਂ ਪਾਰਟੀਸ਼ਨ ਹੋਈ ਆ, ਉਸ ਵੇਲੇ ਸਿੱਖਾਂ ਨੂੰ ਤੇ ਮੁਸਲਮਾਨਾਂ ਦੇ ਜਿਹੜੇ ਆਪਸੀ ਦੰਗੇ ਹੋਏ ਆ ਜੀ, ਉਹਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪਰ ਉਸ ਤੋਂ ਬਾਅਦ ਫਿਰ ਇਹੀ ਸਿਆਸੀ ਮਨਸ਼ਾ ਇਦਾਂ ਦੀ ਹੋਈ ਕਿ 1984 ਦੇ ਵਿੱਚ ਅਗੇਨ ਟਾਰਗੇਟ ਕੀਤਾ ਗਿਆ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਜੀ। ਇਹਦਾ ਜੇ ਗੱਲ ਕਹੀਏ ਕਿ ਕਿੱਥੋਂ ਭੂਮਿਕਾ ਵੱਜੀ ਆ, ਭੂਮਿਕਾ ਅਸਲ ਦੇ ਵਿੱਚ 1973 ਦਾ ਜਿਹੜਾ ਆਨੰਦਪੁਰ ਮਸਲਾ ਕੁਝ ਮੰਗਾਂ ਸੀ ਜੀ, ਕੁਝ ਮੰਗਾਂ ਸੀ ਜਿਹੜੀਆਂ ਕਿ ਸਰਕਾਰ ਪੰਜਾਬ ਦੇ ਵੱਲੋਂ ਜਿਹੜਾ ਅਕਾਲੀ ਦਲ ਆਪਣਾ ਅੱਜ ਦਾ ਹੈਗਾ, ਜਿਹਦੇ ਅੱਜ ਕੱਲ੍ਹ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ ਜੀ, ਉਸ ਵੇਲੇ ਅਕਾਲੀ ਦਲ ਬੜਾ ਉਸ ਵੇਲੇ ਸੱਚਾ ਸੁੱਚਾ ਸੀ ਤੇ ਉਹਨਾਂ ਨੇ ਇਹ ਰੱਖੀਆਂ ਮੰਗਾਂ ਕਿ ਜੇ ਤੁਸੀਂ ਆਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਆਪਾਂ ਕਰੀਏ, ਪਿਛਲੇ ਸਾਲ ਆਪਾਂ ਇਹਦੇ ਉੱਤੇ ਇੱਕ ਪ੍ਰੋਗਰਾਮ ਵੀ ਕੀਤਾ ਸੀ, ਉਹਦੇ ਵਿੱਚ ਅਸੀਂ ਦੇਖੀਏ ਕਿ ਉਹਦੇ ਵਿੱਚ 12 ਰੈਜ਼ੋਲੂਸ਼ਨ ਅੱਗੇ ਵੀ ਪਾਏ ਗਏ, ਯਾਨੀ ਉਹ ਜਿਹੜਾ ਮਤਾ ਆ ਉਹਦੇ ਵਿੱਚ 12 ਮੰਗਾਂ ਸੀ ਜੀ। ਉਹਦੇ ਵਿੱਚ ਮੰਗਾਂ ਦੇ ਵਿੱਚ ਕੀ ਸੀ ਕਿ ਜਿਹੜੇ ਸਾਡੇ ਪੰਜਾਬੀ ਬੋਲਦੇ ਇਲਾਕੇ ਆ ਉਹ ਸਾਨੂੰ ਵਾਪਸ ਦਿੱਤੇ ਜਾਣ ਜੀ। ਚੰਡੀਗੜ੍ਹ ਜਿਹੜਾ ਕਿ ਸਾਡੇ ਤੋਂ ਇੱਕ ਤਰ੍ਹਾਂ ਨਾਲ ਖੋਇਆ ਹੀ ਯਾਰ ਰੱਖ ਲਓ ਕਿ ਸਾਨੂੰ ਉਹ ਵਾਪਸ ਦਿੱਤਾ ਜਾਵੇ। ਪਾਣੀਆਂ ਦਾ ਮਸਲਾ ਕਿ ਸਾਡੇ ਜਿਹੜੇ 3 ਦਰਿਆ ਸਾਨੂੰ ਪਾਰਟੀਸ਼ਨ ਤੋਂ ਬਾਅਦ ਮਿਲੇ ਸੀ ਜੀ, ਪਹਿਲਾਂ ਸਾਡੇ ਕੋਲ 5 ਦਰਿਆ ਸੀ ਪਰ ਪਾਰਟੀਸ਼ਨ ਤੋਂ ਬਾਅਦ ਸਾਨੂੰ ਸਿਰਫ ਸਾਡੇ ਕੋਲ 3 ਰਹਿ ਗਏ, ਸਤਲੁਜ, ਰਾਵੀ ਤੇ ਬਿਆਸ। ਉਹਨਾਂ 3 ਦਰਿਆਵਾਂ ਦਾ ਜਿਹੜਾ ਪਾਣੀ ਆ ਉਹ ਸਾਡੇ ਸਪੁਰਦ ਕੀਤਾ ਜਾਵੇ, ਜੇ ਸਾਡੇ ਕੋਲ ਵਾਧੂ ਆ ਅਸੀਂ ਹਰਿਆਣਾ ਜਾਂ ਰਾਜਸਥਾਨ ਨੂੰ ਅਸੀਂ ਦੇ ਸਕਦੇ ਹਾਂ ਜੀ। ਇਹ ਉਹਦੇ ਵਿੱਚ ਮੰਗ ਦੇ ਵਿੱਚ ਸੀ। ਫਿਰ ਇੱਕ ਇਹ ਮੰਗ ਸੀ ਕਿ ਸਿੱਖਾਂ ਦੇ ਵਿੱਚ ਕੋਈ ਕਾਸਟ ਸਿਸਟਮ ਨਹੀਂ ਹੁੰਦਾ, ਅਸੀਂ ਕਾਸਟ ਸਿਸਟਮ ਇਹ ਬੰਦ ਕੀਤਾ ਜਾਵੇ, ਇਹ ਉਹਦੀ ਮੰਗ ਸੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ। ਫਿਰ ਅੱਜ ਕੱਲ੍ਹ ਤੁਸੀਂ ਅੱਜ ਦੀਆਂ ਬਿਮਾਰੀਆਂ ਦੀ ਜੇ ਆਪਾਂ ਗੱਲ ਕਰੀਏ ਕਿ ਅੱਜ ਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਜਿੱਦਾਂ ਕਰੋਨਾ ਦੀ ਆਪਾਂ ਗੱਲ ਕਰ ਲਈਏ, ਆਨੰਦਪੁਰ ਮਤਾ ਇਹ ਕਹਿੰਦਾ ਸੀ ਕਿ ਅਸੀਂ ਹਸਪਤਾਲ ਬਣਾਵਾਂਗੇ, ਅਸੀਂ ਹਸਪਤਾਲ ਇੱਥੇ ਦੇ ਜਿਹੜੇ ਲੋਕੀ ਆ ਇਹਨਾਂ ਨੂੰ ਫੈਸਿਲਿਟੀਜ਼ ਦੇਵਾਂਗੇ, ਇੱਥੇ ਦੀ ਐਜੂਕੇਸ਼ਨ ਦੇ ਵਿੱਚ ਸਿਹਤ ਦੀਆਂ ਜਿਹੜੀਆਂ ਸੇਵਾਵਾਂ ਆ ਉਹਦੇ ਵਿੱਚ ਦਸਵੰਧ ਇਕੱਠਾ ਕਰਕੇ, ਇਹ ਨਹੀਂ ਕਿ ਅਸੀਂ ਸਰਕਾਰਾਂ ਸਿਰਫ ਸਾਡੀ ਹੈਲਪ ਕਰਨ, ਅਸੀਂ ਦਸਵੰਧ ਇਕੱਠਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਵਧੀਆ ਸੁਚਾਰੂ ਢੰਗ ਦੇ ਨਾਲ ਅਸੀਂ ਚਲਾ ਸਕਦੇ ਹਾਂ ਜੀ। ਇਹੋ ਜਿਹੀਆਂ ਮੰਗਾਂ ਸੀ। ਜੇ ਤੁਸੀਂ ਉਹ ਪੜ੍ਹੋਗੇ ਇਕਨੋਮਿਕਲ ਤੌਰ ਤੇ ਅੱਜ ਕਿਸਾਨ ਜਿਹੜਾ ਮੋਰਚਾ ਲਾ ਕੇ ਬੈਠਾ ਆ, ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਕਿਸਾਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਕਿਸ ਤਰੀਕੇ ਦੇ ਨਾਲ ਹੱਲ ਕੀਤੀਆਂ ਜਾਣੀਆਂ। ਕਿਸਾਨੀ ਪੰਜਾਬ ਦਾ ਇੱਕ ਮੁੱਢ ਆ, ਇੱਥੇ ਦੀ ਇਕਨੋਮੀ ਜਿਹੜੀ ਆ ਉਹ ਕਿਸਾਨੀ ਦੇ ਉੱਤੇ ਚੱਲਦੀ ਆ, ਅਸੀਂ ਕਿਸਾਨੀ ਨੂੰ ਉੱਪਰ ਕਿੱਦਾਂ ਚੱਕਣਾ, ਅਸੀਂ ਉਹਦੇ ਵਿੱਚ ਕਿੱਦਾਂ ਦੇ ਰੈਜ਼ੋਲੂਸ਼ਨ ਲੈ ਕੇ ਆਉਣੇ ਆ। ਫਿਰ ਉਹਦੇ ਵਿੱਚ ਜ਼ਹਿਰਾਂ ਦੀ ਵੀ ਗੱਲ ਕੀਤੀ। ਦੇਖੋ ਬਿਲਕੁਲ, ਜਦੋਂ ਦਲਜੀਤ ਜੀ ਆਨੰਦਪੁਰ ਸਾਹਿਬ ਦਾ ਮਤਾ ਪੜਿਆ ਜਾਂਦਾ, ਵਾਚਿਆ ਜਾਂਦਾ ਤੇ ਉਹਦੇ ਵਿੱਚ ਕੋਈ ਵੀ ਇਹੋ ਜਿਹਾ ਪੁਆਇੰਟ ਜਾਂ ਕੋਈ ਵੀ ਇਹੋ ਜਿਹਾ ਤੱਥ ਨਹੀਂ ਜਿਹਨੂੰ ਵੇਖ ਕੇ ਸਾਨੂੰ ਵੱਖਵਾਦੀ, ਅੱਤਵਾਦੀ ਕਿਹਾ ਜਾ ਸਕੇ। ਜਿਹੜਾ ਅੱਜ ਤੱਕ ਸਾਨੂੰ ਕਿਹਾ ਜਾਂਦਾ ਆ ਪੰਜਾਬ ਨੂੰ ਕਿ ਇੱਥੋਂ ਦੇ ਜਿਹੜੇ ਲੋਕ ਇਹ ਵੱਖਵਾਦੀ ਆ, ਅੱਤਵਾਦੀ ਆ, ਉਹਦੇ ਵਿੱਚ ਜੋ ਵੀ ਮੰਗਾਂ ਸੀਗੀਆਂ ਉਹ ਮੈਨੂੰ ਪੰਜਾਬ ਨੂੰ ਬਿਹਤਰ ਬਣਾਉਣ ਲਈ ਸੀ, ਚਾਹੇ ਉਹ ਇਕਨੋਮਿਕਲ ਪੱਖ ਤੋਂ ਹੋਵੇ ਜਾਂ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਉਹ ਬਿਹਤਰੀ ਲਈ ਸੀਗੀਆਂ। ਬਿਲਕੁਲ, ਉਹ ਜਿੱਦਾਂ ਮੈਂ ਦੱਸ ਰਿਹਾ ਸੀ ਕਿ ਜਿਹੜੀਆਂ 12 ਮੰਗਾਂ ਆ ਉਹ 12 ਮੰਗਾਂ ਦੇ ਵਿੱਚ ਉਹ ਅੱਜ ਵੀ ਅਸੀਂ ਫੇਸ ਕਰਦੇ ਹਾਂ। ਬਿਲਕੁਲ, ਅੱਜ ਵੀ ਸਾਡੀਆਂ ਉਹੀ ਸਮੱਸਿਆਵਾਂ ਆ। ਜੇ ਉਹ ਆਨੰਦਪੁਰ ਸਾਹਿਬ ਦਾ ਮਤਾ ਅੱਜ ਜੇ ਅਸੀਂ ਕਿਸਾਨ ਮੋਰਚੇ ਦੀ ਆਹ ਗੱਲ ਕਰ ਲਈਏ ਵੀ ਤਾਂ ਜੇ ਉਸ ਵੇਲੇ ਹੁੰਦਾ ਤਾਂ ਅੱਜ ਕਿਸਾਨ ਮੋਰਚੇ ਦੀ ਗੱਲ ਹੀ ਨਹੀਂ ਸੀ ਹੋਣੀ। ਅੱਜ ਜਿੱਦਾਂ ਤਾਂ ਭਾਜਪਾ ਕਹਿ ਰਹੀ ਆ ਕਿ CM ਅਸੀਂ ਜਿਹੜਾ ਆ ਦਲਿਤ ਬਣਾਉਣਾ, ਅਕਾਲੀ ਦਲ ਕਹਿ ਰਿਹਾ ਕਿ ਅਸੀਂ ਜਿਹੜਾ ਦਲਿਤ ਆ ਉਹ ਡਿਪਟੀ CM ਬਣਾਉਣਾ। ਇਹ ਕਿਉਂ ਗੱਲਾਂ ਹੋ ਰਹੀਆਂ? ਜੇ ਆਨੰਦਪੁਰ ਸਾਹਿਬ ਦਾ ਮਤਾ ਇਹ ਜਾਤ ਪਾਤ, ਉਹਨਾਂ ਨੇ ਇਹੀ ਕਿਹਾ ਸੀ ਕਿ ਜਾਤ ਪਾਤ ਸਾਨੂੰ ਖਰਾਬ ਕਰੂਗੀ। ਸਾਡੇ ਸਿੱਖਾਂ ਦੇ ਵਿੱਚ ਅੱਜ ਉਹੀ ਸਾਡੀਆਂ ਸਮੱਸਿਆਵਾਂ ਮੋਹਰੇ ਖੜ ਗਈਆਂ। ਜਿੰਨਾ ਹੁਣ ਕਰੋਨਾ ਦੇ ਵਿੱਚ ਸਾਡਾ ਦੁਆਲਾ ਨਿਕਲ ਗਿਆ ਸਾਡੇ ਹੈਲਥ ਸਿਸਟਮ ਦਾ, ਉਹਦੇ ਵਿੱਚ ਉਹੀ ਤਾਂ ਉਹਨਾਂ ਨੇ ਮੰਗ ਰੱਖੀ ਸੀ ਕਿ ਸਾਡਾ ਹੈਲਥ ਸਿਸਟਮ ਵਧੀਆ ਹੋਵੇ। ਫਿਰ ਸਾਡੇ ਐਜੂਕੇਸ਼ਨ ਦੇ ਉੱਤੇ ਸਾਡੇ ਬੱਚੇ 1.5-2 ਸਾਲ ਤੋਂ ਘਰ ਬੈਠੇ ਆ, ਪਤਾ ਨਹੀਂ ਅੱਗੇ ਕਿੰਨੀ ਦੇਰ ਤੱਕ ਬੈਠਣੇ ਆ। ਪ੍ਰਾਈਮ ਮਿਨਿਸਟਰ ਸਾਹਿਬ ਨੇ ਕਹਿਤਾ ਕਿ 12ਵੀਂ ਦੀ ਪ੍ਰੀਖਿਆ ਨਹੀਂ ਹੋਣੀ। ਜਿਹੜੇ ਬੱਚਿਆਂ ਨੂੰ ਕੁਝ ਸਿਖਾਇਆ ਨਹੀਂ ਗਿਆ, ਕੁਝ ਪੜ੍ਹਾਇਆ ਨਹੀਂ ਗਿਆ, ਘਰ ਬੈਠੇ ਆ ਉਹ, ਕੋਈ ਉਹਨਾਂ ਦੀ ਟੈਸਟਿੰਗ ਨਹੀਂ ਕੀਤੀ ਗਈ, ਉਹਨਾਂ ਬੱਚਿਆਂ ਨੂੰ ਪਾਸ ਕੀਤਾ ਗਿਆ। ਉਹਨਾਂ ਨੂੰ ਹੁਣ ਅੱਗੇ ਇਹ ਨਹੀਂ ਪਤਾ ਕਿ ਕੰਪਨੀਆਂ ਨੇ ਉਹਨਾਂ ਨੂੰ ਜੌਬ ਦੇਣੀ ਆ ਕਿ ਨਹੀਂ ਦੇਣੀ, ਕਿਉਂਕਿ ਕੰਪਨੀਆਂ ਨੇ ਹਮੇਸ਼ਾ ਹੀ ਇਹ ਸਵਾਲੀਆ ਨਿਸ਼ਾਨ ਕਰ ਦੇਣਾ ਕਿ ਇਹ ਜਿਹੜੇ ਬੰਦੇ ਭਾਵੇਂ ਉੱਥੇ 100% ਲੈ ਲੈਣ, ਭਾਵੇਂ 90% ਲੈ ਲੈਣ, ਉਹਦੇ ਵਿੱਚ ਮਾਰਕਸ ਦੇ ਵਿੱਚ ਮਾਰਕਸ ਦੀ ਕੋਈ ਵੈਲਿਊ ਨਹੀਂ ਰਹਿਣੀ, ਕਿਉਂਕਿ ਕੰਪਨੀਆਂ ਨੇ ਇਹ ਦੇਖਣਾ ਕਿ 2020-21 ਦੇ ਵਿੱਚ ਜਿਨ੍ਹਾਂ ਨੇ ਕੀਤਾ ਐਗਜ਼ਾਮੀਨੇਸ਼ਨ ਨਹੀਂ ਹੋਈ, ਉਹਦੇ ਵਿੱਚ ਐਗਜ਼ਾਮੀਨੇਸ਼ਨ ਨਹੀਂ ਹੋਏ, ਉਹਨਾਂ ਦੇ ਉੱਤੇ ਬੱਚਿਆਂ ਦੇ ਭਵਿੱਖ ਦਾ ਨਹੀਂ ਪਤਾ ਕੋਈ ਕੀ ਹੋਣਾ ਆ। ਇਹਨਾਂ ਨੇ ਤਾਂ ਚੁੱਪ ਕਰਕੇ ਦੇਖੋ ਕਿ ਡਿਫੈਂਸ ਮਿਨਿਸਟਰ ਇਹ ਕਹਿ ਰਿਹਾ ਰਾਜਨਾਥ ਸਿੰਘ, ਜਿਹਦਾ ਕਿ ਇਹ ਦਾਇਰੇ ਦੇ ਵਿੱਚ ਵੀ ਹੈ ਨਹੀਂ। ਇਸ ਕਰਕੇ ਉਹ ਜੇ ਆਨੰਦਪੁਰ ਸਾਹਿਬ ਦਾ ਮਤਾ ਇਹੀ ਦੱਸਦਾ ਕਿ ਸਾਡੇ ਅਖਤਿਆਰ, ਸਾਡੇ ਅਧਿਕਾਰ ਸਾਨੂੰ ਦਿੱਤੇ ਜਾਣ। ਅਸਲੀ ਜਿਹੜੀ ਸਰਕਾਰ ਨੂੰ ਉਸ ਵੇਲੇ ਪਹਿਲਾਂ ਤਾਂ ਕੰਮ ਚੱਲੀ ਗਿਆ, ਹੌਲੀ ਹੌਲੀ ਚੱਲਦਾ ਸੀ, ਗੱਲਾਂ ਪਤਿਆ ਲੈਂਦੇ ਸੀ, ਜਿੱਦਾਂ ਦੇ ਤੁਸੀਂ ਦੇਖੋ ਅੱਜ ਕੱਲ੍ਹ ਦੇ ਲੀਡਰ ਜਿੱਦਾਂ ਦੇ ਹੈਗੇ ਇਹੀ ਹੁੰਦੇ ਸੀ।
1980 ਦੇ ਵਿੱਚ ਧਰਮ ਮੋਰਚਾ ਬਣ ਗਿਆ ਜੀ। ਧਰਮ ਮੋਰਚਾ ਦੇ ਵਿੱਚ ਇਹ ਹੋਇਆ ਕਿ ਅਕਾਲੀ ਦਲ ਤੇ ਨਾਲ ਜਰਨੈਲ ਸਿੰਘ ਭਿੰਡਰਾਂ ਵਾਲੇ ਰਲ ਗਏ ਜੀ। ਉਹਨਾਂ ਨੇ ਵੀ ਇਹੀ ਕਿਹਾ ਵੀ ਇਹ ਦੇਖੋ ਇੰਨੇ ਸਾਲ ਹੋ ਗਏ ਤੁਸੀਂ ਸਾਡੀਆਂ ਮੰਗਾਂ ਹੀ ਨਹੀਂ ਮੰਨਦੇ, ਕਿੰਨਾ ਚਿਰ ਤੱਕ ਤੁਸੀਂ ਇਹ ਗੱਲ ਕਰੋਗੇ ਜੀ। ਫਿਰ 1983 ਦੇ ਵਿੱਚ ਹੁਣ ਮੈਂ ਫੇਸਬੁੱਕ ਦੇ ਉੱਤੇ ਵੀ ਹੋਰ ਵੀ ਸੋਸ਼ਲ ਮੀਡੀਆ ਉੱਤੇ ਦੇਖਦਾ ਸੀ ਕਿ ਭਿੰਡਰਾਂ ਵਾਲੇ ਕਿਉਂ ਗਏ, ਜਦ ਕਿ ਇਹਨਾਂ ਦਾ ਜਿਹੜਾ ਟਕਸਾਲੀ ਹੈਗਾ ਉਹ ਤਾਂ ਉੱਥੇ ਰਹਿਣੇ ਚਾਹੀਦੇ ਸੀ ਮਹਿਤਾ ਚੌਂਕ ਦੇ ਵਿੱਚ, ਵੀ ਉਹ ਕਿਉਂ ਉੱਥੇ ਗਏ। ਅਸਲ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਹਰਚੰਦ ਸਿੰਘ ਲੌਂਗੋਵਾਲ ਸੀ ਉਹਨਾਂ ਨੇ ਬੁਲਾਇਆ ਇਹਨਾਂ ਨੂੰ ਕਿ ਤੁਸੀਂ ਇੱਥੇ ਆਓ ਜੀ। ਹੁਣ ਉਸ ਤੋਂ ਬਾਅਦ ਇਹ ਜਿਹੜੀ ਲੜਾਈ ਸ਼ੁਰੂ ਹੋਈ ਆ, ਫਿਰ ਲੜਾਈ ਦੇ ਵਿੱਚ ਫਿਰ ਤੁਸੀਂ ਦੇਖੋ ਕਿ ਨੁਕਸਾਨ ਕਿੰਨਾ ਜ਼ਿਆਦਾ ਹੋਇਆ। ਬਿਲਕੁਲ 1 ਜੂਨ ਤੋਂ ਲੈ ਕੇ 10 ਜੂਨ ਤੱਕ 10 ਦਿਨ ਆਪਾਂ ਰੱਖ ਲਈਏ ਨਾਰਮਲੀ ਜੀ। ਇਹਨਾਂ ਦੇ ਵਿੱਚ ਕਿਹਾ ਤਾਂ ਇਹ ਜਾਂਦਾ ਜੀ ਇੱਕ ਖੜੇ ਪੈਰੇ ਸਟੈਪ ਲੈਣਾ ਪਿਆ, ਪਰ ਐਸ.ਕੇ. ਸਿਨਹਾ ਜਿਹੜਾ ਕਿ ਉਸ ਵੇਲੇ ਦਾ ਲੈਫਟੀਨੈਂਟ ਜਨਰਲ ਉਹਨੇ ਕਿਤਾਬ ਦੇ ਵਿੱਚ ਲਿਖਿਆ ਨਹੀਂ ਇਹ ਤਾਂ 18 ਮਹੀਨੇ ਪਹਿਲਾਂ ਦੀ ਪਲੈਨਿੰਗ ਬਣ ਰਹੀ ਸੀ। ਬਿਲਕੁਲ। ਫਿਰ 200 ਸਿੰਘ ਅੰਦਰ ਜੀ 200 ਸਿੰਘ ਆ ਤੇ ਉਹਦੇ ਲਈ ਇਹਨਾਂ ਨੇ ਕੀ ਕੀਤਾ ਕਿ 9ਵੀਂ ਬਟਾਲੀਅਨ ਪੂਰੀ ਦੀ ਪੂਰੀ ਉਤਾਰ ਦਿੱਤੀ BSF ਦੀ। ਫਿਰ CRPF ਉੱਥੇ ਉਤਾਰੀ ਗਈ, ਪੰਜਾਬ ਪੁਲਿਸ ਉੱਥੇ ਆ, ਬਾਰਡਰ ਸਿਕਿਉਰਿਟੀ ਫੋਰਸ ਉੱਥੇ ਆ, 10,000 ਦੇ ਕਰੀਬ ਫੌਜੀ ਉੱਥੇ ਲਾਏ ਗਏ, 175 ਦੇ ਕਰੀਬ ਪੈਰਾਸ਼ੂਟ ਜਿਹੜੇ ਉੱਪਰ ਬਟਾਲੀਅਨ ਕਮਾਂਡੋ ਜਿਹੜੇ ਆਉਂਦੇ 175 ਉਹਨਾਂ ਦੀ ਡਿਊਟੀ ਲਾਈ ਗਈ। ਕਿਹਨਾਂ ਨੂੰ ਹੈਂਡਲ ਕਰਨ ਦੇ ਲਈ 200 ਸਿੰਘਾਂ ਨੂੰ। ਹੁਣ 200 ਸਿੰਘਾਂ ਨੂੰ ਹੈਂਡਲ ਕਰਨ ਦੇ ਲਈ ਤੁਸੀਂ ਪਾਕਿਸਤਾਨ ਨੂੰ ਲੜਾਈ ਜਿੰਨਾ ਜੁਗਾੜ ਕਰਕੇ ਜਾਂਦੇ। ਬਿਲਕੁਲ। ਇਹਦਾ ਮਤਲਬ ਕੀ ਆ ਕਿ ਤੁਸੀਂ ਲੋਕਾਂ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਦਮਨ ਪੈਦਾ ਕਰਦੇ ਆ। ਇਹਦੇ ਨਾਲੋਂ ਕਿੰਨਾ ਚੰਗਾ ਹੁੰਦਾ ਜੇ ਤੁਸੀਂ ਚਲੋ ਠੀਕ ਆ ਗੱਲਾਂ ਬਾਤਾਂ ਹੋ ਰਹੀਆਂ ਸੀ, ਸਮਝੌਤੇ ਚੱਲ ਰਹੇ ਸੀ, ਬਹੁਤ ਸਾਰੇ ਵੱਡੇ ਵੱਡੇ ਲੀਡਰ ਜਿਹੜੇ ਆ ਗੱਲ ਕਰ ਰਹੇ ਸੀ, ਪਰ ਕਿੱਦਾਂ ਕੀ ਹੋ ਜਾਂਦਾ ਕਿ ਹੰਕਾਰ ਆ ਜਾਂਦਾ। ਅੱਜ ਕੱਲ੍ਹ ਦੀ ਜਿਸ ਸਰਕਾਰ ਦੇ ਵਿੱਚ ਦੇਖੋ ਕਿ ਇਹ ਹੰਕਾਰ ਦੇ ਵਿੱਚ ਆ। ਜਦੋਂ ਵੀ ਤੁਸੀਂ ਮੈਜੋਰਟੀ ਦੇ ਵਿੱਚ ਹੁੰਦੇ ਆ ਸਰਕਾਰਾਂ ਦੇ ਵਿੱਚ, ਇਹਦੇ ਵਿੱਚ ਮੈਂ ਇੱਕ ਮੈਂਸ਼ਨ ਜ਼ਰੂਰ ਕਰਨਾ ਚਾਹੁੰਦਾ ਆ ਬਾਬੂ ਕਾਂਸ਼ੀ ਰਾਮ ਦਾ। ਉਹਨੇ ਇਹ ਜ਼ਰੂਰ ਗੱਲ ਕਹੀ ਸੀ ਕਿ ਜਦੋਂ ਸਰਕਾਰਾਂ ਜਿਹੜੀਆਂ ਮਿਨੋਰਟੀਜ਼ ਦੇ ਵਿੱਚ ਹੁੰਦੀਆਂ, ਜਾਣੀ ਲੋੜ ਪੈਂਦੀ ਆ ਛੋਟੀਆਂ ਪਾਰਟੀਆਂ ਦੀ, ਉਦੋਂ ਹੀ ਸਰਕਾਰ ਵਧੀਆ ਕੰਮ ਕਰਦੀ ਹੈ। ਬਿਲਕੁਲ। ਜਦੋਂ ਵੀ ਇਹ ਕਹਿੰਦਾ ਮੈਜੋਰਟੀਜ਼ ਦੇ ਵਿੱਚ ਆਉਂਦੀਆਂ, ਇਹ ਗੱਲ ਅੱਜ ਵੀ ਢੁਕਦੀ ਆ, ਕਿਉਂਕਿ ਜਦੋਂ ਇਹਨਾਂ ਨੂੰ ਲੋੜ ਨਹੀਂ ਪੈਂਦੀ ਇਹ ਕਿਸੇ ਦੀ ਗੱਲ ਸੁਣਦੇ ਹੀ ਨਹੀਂ। ਵਾਜਪਾਈ ਸਾਹਿਬ ਨੇ ਬਹੁਤ ਵਧੀਆ, ਉਹ ਵੀ ਭਾਜਪਾ ਦੇ ਸੀ, BJP ਸਰਕਾਰ ਦੇ ਸੀ, ਉਹਨਾਂ ਨੇ ਬਹੁਤ ਵਧੀਆ ਸਰਕਾਰ ਚਲਾਈ। ਉਹਨਾਂ ਦਾ ਜੇ ਆਪਾਂ ਕਾਰਜਕਾਲ ਦੇਖੀਏ, ਕਾਰਗਲ ਦੀ ਜੰਗ ਵੀ ਲੱਗੀ ਆ, ਉਸ ਵੇਲੇ ਨਵਾਜ਼ ਸ਼ਰੀਫ ਦੇ ਨਾਲ ਇੰਨੇ ਵਧੀਆ ਇਹਨਾਂ ਦੇ ਸੰਬੰਧ ਹੋ ਗਏ ਸੀ, ਬੱਸ ਵੀ ਚਲਾ ਦਿੱਤੀ ਸੀ। ਜੇ ਕਾਰਗਲ ਦਾ ਉਹ ਰੱਖ ਲਈਏ, ਉਹਦੇ ਵਿੱਚ ਜੇ ਕਹੀਏ ਕਿ ਡੈਮੋਕ੍ਰੈਟਿਕ ਢੰਗ ਦੇ ਨਾਲ ਕੋਈ ਗਲਤੀ ਨਹੀਂ ਹੋਈ, ਉਹ ਤਾਂ ਉੱਥੇ ਦੀ ਫੌਜ ਦੀ ਜਿਹੜੀ ਇਨਵੋਲਵਮੈਂਟ ਹੈ ਉਹਨੇ ਕੰਮ ਖਰਾਬ ਕੀਤਾ। ਪਰ ਉਸ ਵੇਲੇ ਕੀ ਸੀ ਕਿ ਕਿਉਂਕਿ ਛੋਟੀਆਂ ਪਾਰਟੀਆਂ, ਚਾਹੇ ਅਕਾਲੀ ਦਲ ਵੀ ਸੀ, ਚਾਹੇ ਕੋਈ ਹੋਰ ਪਾਰਟੀਆਂ ਵੀ ਸੀ, ਉਹਨਾਂ ਦਾ ਬਰਾਬਰ ਦਾ ਅਧਿਕਾਰ ਸੀ, ਹਰ ਇੱਕ ਦੀ ਮੰਗ ਸੁਣੀ ਜਾਂਦੀ ਸੀ। ਕਿਉਂਕਿ ਸਾਡੇ ਭਾਰਤ ਦੇ ਵਿੱਚ ਕੀ ਆ, ਸਾਡੇ ਵਿੱਚ ਅਨੇਕਤਾ ਦੇ ਵਿੱਚ ਏਕਤਾ। ਸਾਡੇ ਪੰਜਾਬ ਦੇ ਜਿਹੜੇ ਮਸਲੇ ਆ ਉਹ ਕਰਨਾਟਕਾ ਤੋਂ ਬਿਲਕੁਲ ਵੱਖਰੇ ਆ, ਕਰਨਾਟਕਾ ਦੇ ਜਿਹੜੇ ਮਸਲੇ ਆ ਉਹ ਤਾਮਿਲਨਾਡੂ ਤੋਂ ਵੱਖਰੇ ਆ। ਉੱਥੇ ਦਾ ਖਾਣ ਪੀਣ, ਉੱਥੇ ਦੀ ਬੋਲੀ, ਉੱਥੇ ਦੀ ਜੋ ਵੀ ਸੱਭਿਆਚਾਰ ਹੈ ਉਹ ਵੱਖਰਾ ਆ। ਇਸ ਕਰਕੇ ਹਰ ਸਟੇਟ ਦਾ, ਇਸੇ ਕਰਕੇ ਸਾਡੇ ਸੰਵਿਧਾਨ ਨੇ ਕਿਹਾ ਸੀ ਕਿ ਸੰਘੀ ਢਾਂਚਾ ਇਹਦੀ ਹਮੇਸ਼ਾ ਸਪੋਰਟ ਕਰਿਓ ਕਿ ਸਾਨੂੰ ਸਟੇਟ ਦੀ ਜਿਹੜੀ ਆ ਗੱਲ ਸੁਣਨੀ ਪੈਣੀ। ਪਰ ਸਟੇਟ ਦੀ ਅੱਜ ਕੱਲ੍ਹ ਸੁਣੀ ਨਹੀਂ ਜਾਂਦੀ। ਜਿਹੜਾ ਕਾਨੂੰਨ ਲੈ ਕੇ ਆਉਂਦੇ ਆ ਪੰਜਾਬ ਦੇ ਉੱਤੇ ਵੀ ਉਹੀ ਲਾਗੂ ਕਰ ਦਿੰਦੇ ਆ, ਖੇਲਾ ਵਿੱਚ ਵੀ ਉਹੀ ਲਾਗੂ ਕਰ ਦਿੰਦੇ ਆ। ਹੁਣ ਆ ਪੰਜਾਬ ਜਿਹੜੇ ਕਿਸਾਨ ਆ, ਹੁਣ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਜੀ ਕਿਸਾਨੀ ਦਾ ਜਿਹੜਾ ਮਸਲਾ ਆ ਪੰਜਾਬ ਤੇ ਹਰਿਆਣੇ ਵਾਲੇ ਬੋਲਦੇ ਆ। ਹੁਣ ਤੁਸੀਂ ਦੱਸੋ ਵੀ ਹੋਰ ਕਣਕ ਕਿੱਥੇ? ਹੁਣ ਕੇਰਲਾ ਵਾਲਿਆਂ ਨੇ ਥੋੜੀ ਬੋਲਣਾ, ਉੱਥੇ ਤਾਂ ਉਹਨਾਂ ਨੂੰ ਨਾਰੀਅਲ ਦਾ ਫਿਕਰ ਆ, ਉਹਨਾਂ ਨੇ ਕਣਕ ਝੋਨੇ ਦਾ ਫਿਕਰ ਥੋੜੀ ਕਰਨਾ। ਬਿਲਕੁਲ। ਇਸ ਕਰਕੇ ਉਹ ਜਿਹੜੇ ਵੱਖਰੇ ਵੱਖਰੇ ਸੰਘੀ ਢਾਂਚੇ ਦਾ ਜਿਹੜਾ ਗਲਾ ਘੁੱਟਿਆ ਗਿਆ, ਇਹੀ ਮੰਗਾਂ ਸਾਡੀਆਂ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸੀ। ਪਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ 1984 ਦਾ ਚਲੋ ਹੋ ਗਿਆ, ਅਕਾਲ ਤਖਤ ਨੂੰ ਇਹਨੇ ਨੁਕਸਾਨ ਪਹੁੰਚਾਇਆ, ਉਹਦੇ ਨਾਲ ਹਿਰਦੇ ਵੀ ਬਲੁੰਦਰੇ ਗਏ। ਫਿਰ ਉਸ ਤੋਂ ਬਾਅਦ ਦਿੱਲੀ ਦੇ ਜਿਹੜਾ ਕਤਲੇਆਮ ਹੋਇਆ, ਉਸ ਤੋਂ ਬਾਅਦ ਦੇਖ ਲਓ ਵੀ ਕਿੱਦਾਂ ਜ਼ਿਆਦਾ ਹੋਇਆ। ਬਿਲਕੁਲ। ਜਿੱਦਾਂ ਦਲਜੀਤ ਜੀ ਤੁਸੀਂ ਦੱਸ ਰਹੇ ਹੋ ਕਿ ਸਿਰਫ 200 ਸਿੰਘਾਂ ਨੂੰ ਉਹਨਾਂ ਨਾਲ ਇੱਕ ਤਰ੍ਹਾਂ ਦੀ ਲੜਾਈ ਲੜਨ ਲਈ ਕਿਸ ਤਰੀਕੇ ਨਾਲ ਆਪਣੀ ਪੂਰੀ ਜਿਹੜੀ ਸਰਕਾਰੀ ਤਾਕਤ ਹੈ ਉਹ ਝੋਕ ਦਿੱਤੀ ਗਈ, ਆਪਣੇ ਦੇਸ਼ ਦੇ ਲੋਕਾਂ ਤੇ ਟੈਂਕ ਚਾੜੇ ਗਏ। ਤੇ ਉਸ ਤੋਂ ਬਾਅਦ ਜੋ ਕੁਛ ਦਿੱਲੀ ਦੇ ਵਿੱਚ ਹੁੰਦਾ, ਜਿਸ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਜਾਂਦਾ, ਸਿੱਖਾਂ ਦਾ ਕਿਆ ਉਹਨੂੰ ਦੰਗੇ ਜਾਂਦਾ, ਪਰ ਦੰਗੇ ਉਦੋਂ ਹੁੰਦੇ ਆ ਜਦੋਂ ਦੋ ਗਰੁੱਪ ਆਪਸ 'ਚ ਲੜਦੇ ਆ। ਪਰ ਜਿਸ ਤਰੀਕੇ ਨਾਲ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨਦੇਹੀਆਂ ਹੋਈਆਂ, ਉਹਨਾਂ ਦੇ ਗਲਾਂ 'ਚ ਟਾਇਰ ਪਾ ਸਾੜੇ ਗਏ, ਉਹ ਬਹੁਤ ਜਿਹੜੇ ਆ ਉਹ ਦੰਗੇ ਨਹੀਂ, ਉਹ ਕਤਲੇਆਮ ਸੀਗਾ। ਤਾਂ ਜੋ ਕੁਛ ਵੀ ਕੀਤਾ ਗਿਆ, ਪਰ ਸਰਕਾਰਾਂ ਨੇ ਉਦੋਂ ਵੀ ਧੱਕਾ ਕੀਤਾ। ਫਿਰ 1984 ਦੇ ਨਵੰਬਰ ਦੇ ਵਿੱਚ ਵੀ ਜੋ ਕੁਛ ਹੋਇਆ, ਪਰ ਬਾਅਦ ਚੋਂ ਉਹਦੀ ਮਾਫੀ ਵੀ ਇੱਕ ਜਿਹੜੀ ਸਿੱਖ ਕਤਲੇਆਮ ਦੀ ਮਾਫੀ ਵੀ ਇੱਕ ਸਿੱਖ ਡਾਕਟਰ ਮਨਮੋਹਨ ਸਿੰਘ ਤੋਂ ਮੰਗਵਾਈ ਗਈ।
ਉਹ ਜਿਹੜੀ ਸਰਕਾਰਾਂ ਦੀ ਧੱਕੇਸ਼ਾਹੀ ਤੁਸੀਂ ਦੇਖੋ ਉਹਦੇ ਵਿੱਚ ਇਹ ਹੈ ਕਿ ਚਲੋ ਇੱਕ ਉਸ ਵੇਲੇ ਪ੍ਰਾਈਮ ਮਿਨਿਸਟਰ ਸੀਗੇ, ਭਾਵੇਂ ਕਿ ਸਿੱਖੀਜ਼ਮ ਸੀਗਾ ਉਹਨਾਂ ਦੇ ਉੱਤੇ, ਪਰ ਉਹਨਾਂ ਨੇ ਮਾਫੀ ਮੰਗੀ ਹੈ ਐਜ਼ ਏ ਪ੍ਰਾਈਮ ਮਿਨਿਸਟਰ। ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਸਿੱਖ ਦੇ ਤੌਰ ਤੇ, ਪਰ ਅਸੀਂ ਆਪਣੇ ਵੱਲੋਂ ਸੋਚਦੇ ਹਾਂ ਕਿ ਕੋਈ ਹੋਰ ਜੇ ਹੁੰਦਾ ਤਾਂ ਸਾਨੂੰ ਸ਼ਾਇਦ ਹੋਰ ਵੀ ਵਧੀਆ ਲੱਗਦਾ, ਪਰ ਐਜ਼ ਏ ਪ੍ਰਾਈਮ ਮਿਨਿਸਟਰ ਉਹਨਾਂ ਨੇ ਆਪਣੀ ਭੂਮਿਕਾ ਪੂਰੀ ਨਿਭਾਈ। ਦਲਜੀਤ ਜੀ ਗੱਲ ਇਹ ਹੈ ਨਾ ਕਿ ਕੱਲੀ ਮਾਫੀ ਨਾਲ ਹੱਲ ਨਹੀਂ ਹੋ ਜਾਣੀ। ਜੇ 37 ਸਾਲ ਹੋ ਗਏ ਅਜੇ ਤੱਕ ਇਨਸਾਫ ਨਹੀਂ ਦਿੱਤਾ ਗਿਆ, ਜਿਹੜੇ ਉਹਨਾਂ ਵਿੱਚ ਕਸੂਰਵਾਰ ਸੀ ਉਹਨਾਂ ਨੂੰ ਵਜ਼ੀਰੀਆਂ ਨਾਲ ਨਵਾਜਿਆ ਗਿਆ, ਉਹ ਅੱਜ ਵੀ ਤਖਤਾਂ ਤੇ ਬੈਠੇ ਆ। ਦੇਖੋ ਇਹਦੇ ਵਿੱਚ ਇਹ ਪੱਖ ਆ ਕਿ ਅਸੀਂ ਜਦੋਂ ਬਲੇਮ ਕਰਦੇ ਹਾਂ ਕਿ ਢਾਂਚਾ ਬਣ ਜਾਂਦਾ, ਉਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਭੂਮਿਕਾ ਕਿੱਦਾਂ ਦੀ ਰਹੀ ਆ, ਕਿ ਅਸੀਂ ਅੱਜ ਆਪਣੇ ਆਪ ਨੂੰ ਇੰਨਾ ਡਿਵੈਲਪ ਕਰ ਲਿਆ ਕਿ ਅਸੀਂ ਜਿਹੜੇ ਉਹ ਕਤਲੇਆਮ ਦੀ ਤੁਸੀਂ ਗੱਲ ਕੀਤੀ ਆ ਜਾਂ ਦੰਗਿਆਂ ਦੀ ਗੱਲ ਕੀਤੀ ਆ, ਕਿ 1984 ਤੋਂ ਬਾਅਦ ਸਟੇਟ ਸਰਕਾਰਾਂ ਨੇ ਜਾਂ ਸੈਂਟਰ ਦੀਆਂ ਸਰਕਾਰਾਂ ਨੇ ਜਾਂ ਲੋਕਾਂ ਨੇ ਕੀ ਆਪਣੇ ਆਪ ਨੂੰ ਕੁਛ ਸਿੱਖਿਆ ਉਹਨਾਂ ਚੀਜ਼ਾਂ ਤੋਂ? ਇੰਨਾ ਕੁਛ ਅਸੀਂ ਨੁਕਸਾਨ ਆਪਣਾ ਜਾਨੀ ਮਾਲੀ ਕਰਵਾਇਆ ਕਿ ਅਸੀਂ ਕੁਛ ਸਿੱਖਿਆ? ਉਸ ਤੋਂ ਬਾਅਦ ਵੀ ਅੱਜ ਵੀ ਕਤਲੇਆਮ ਹੁੰਦਾ, ਅੱਜ ਵੀ ਦੰਗੇ ਹੁੰਦੇ ਆ। ਤੁਸੀਂ ਮੁਜ਼ੱਫਰਾਬਾਦ ਦੀ ਗੱਲ ਘਟਨਾ ਦੇਖ ਲਓ, ਇੱਕ ਬੀਫ ਤੋਂ ਲੜਾਈ ਹੁੰਦੀ ਆ, ਕਿੰਨੇ ਲੋਕੀ ਜ਼ਿਆਦਾ ਮਰਦੇ ਆ। ਫਿਰ ਤੁਸੀਂ ਗੁਜਰਾਤ ਦੇ ਦੰਗੇ, ਗੋਧਰਾ ਕਾਂਡ, ਉੱਥੇ ਰੇਲ ਗੱਡੀ ਦੇ ਪੂਰੇ ਅੱਗ ਲਾਤੀ ਜਾਂਦੀ ਆ, ਜਿਹਦੇ ਵਿੱਚ ਕਿ ਇੱਕ ਜਨਾਨੀ ਜਾਨੀ ਔਰਤ ਆਪਣੇ ਛੋਟੇ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੀ ਆ ਤੇ ਉਹਨੂੰ ਅੱਗ ਲੱਗੀ ਆ ਤੇ ਉਹ ਵਿਚਾਰੀ ਇੱਦਾਂ ਹੀ ਬੈਠੀ ਆ, ਜਾਨੀ ਉਹਦੀ ਜਿਹੜੀ ਲਾਸ਼ ਆ ਉਹ ਬੈਠੀ ਹੋਈ ਦੀ ਆਪਣੇ ਬੱਚੇ ਨੂੰ ਬਚਾਉਂਦੀ ਦੀ। ਐਡੇ ਭਿਆਨਕ ਸੀਨ ਕਿ ਅਸੀਂ 1984 ਤੋਂ ਬਾਅਦ ਅੱਜ ਅਸੀਂ ਇੰਨੇ ਡਿਵੈਲਪ ਹੋ ਗਏ। ਬਿਲਕੁਲ, ਆਪਣੇ ਪ੍ਰੋਗਰਾਮ ਦਾ ਨਾਮ ਹੀ ਦਲਜੀਤ ਜੀ ਹੈਗਾ ਸਾਡੇ ਮਸਲੇ ਸਾਡੇ ਹੱਲ, ਪਰ ਜੇ ਆਪਾਂ ਗੱਲ ਕਰੀਏ ਤਾਂ ਸਾਨੂੰ ਹਰ ਬੰਨੇ ਮਸਲੇ ਦਿਸਦੇ ਆ, ਹੱਲ ਨਹੀਂ ਦਿਸਦੇ, ਕਿਉਂਕਿ ਜਿਹੜੇ ਸਾਡੇ ਮਸਲਿਆਂ ਦੇ ਹੱਲ ਜਿਹੜੀਆਂ ਸਰਕਾਰਾਂ ਨੇ ਕਰਨੇ ਆ, ਹਰ 5 ਸਾਲਾਂ ਬਾਅਦ ਸਾਡੇ ਦਰ 'ਤੇ ਆ ਕੇ ਖੜ ਜਾਂਦੇ ਆ ਹੱਥ ਜੋੜ ਕੇ, ਪਰ ਉਸ ਤੋਂ ਬਾਅਦ ਜਦੋਂ ਜਿੱਤਣ ਤੋਂ ਬਾਅਦ ਉਹ 5 ਸਾਲ ਲੱਭਦੇ ਨਹੀਂ, ਤਾਂ ਅਸੀਂ ਹਰ ਵਾਰੀ ਉਹਨਾਂ ਉਮੀਦਾਂ ਨਾਲ ਉਹਨਾਂ ਨੂੰ ਚੁਣਦੇ ਹਾਂ ਕਿ ਸਾਡੇ ਮਸਲਿਆਂ ਦਾ ਹੱਲ ਹੋਊ। ਪਰ ਸਾਡੇ ਮਸਲੇ ਚਾਹੇ 1984 ਦੀ ਗੱਲ ਕਰੋ, ਚਾਹੇ 2002 ਦੀ ਗੱਲ ਕਰੋ, ਚਾਹੇ 2020 ਦੀ ਗੱਲ ਕਰੋ, ਸਾਡੇ ਮਸਲੇ ਉੱਦਾਂ ਦੇ ਉੱਦਾਂ ਖੜੇ, ਬਲਕਿ ਜਿਹੜੇ ਜੇ ਕਹਿ ਸਕਦੇ ਹਾਂ ਮਸਲੇ ਉਹਦੇ ਨਾਲੋਂ ਵਧੇ ਆ, ਘਟੇ ਨਹੀਂ। ਦੇਖੋ 1984 ਦੀ ਗੱਲ ਜਿਹੜੀ ਆਪਾਂ ਹੁਣ ਕਰਦੇ ਹਾਂ ਉਹਦਾ ਤਾਂ ਚਲੋ ਹੁਣ ਰੱਖ ਲਈਏ ਕਿ ਆਪਾਂ ਥੋੜੇ ਜਿਹੇ ਛੋਟੇ ਸੀ, ਠੀਕ ਆ, ਮੈਂ 4-5 ਸਾਲ ਦਾ ਸੀ ਉਦੋਂ 1984 ਚ, ਥੋੜੀ ਮੈਨੂੰ ਸੁਰਤ ਆ। ਬਿਲਕੁਲ। ਜਿਹੜਾ ਬਰਗਾੜੀ ਵਾਲਾ ਕਾਂਡ ਹੋਇਆ ਉਹ ਤਾਂ ਆਪਣੀ ਅੱਖਾਂ ਦੇ ਮੂਹਰੇ ਹੋਇਆ। ਬਰਗਾੜੀ ਕਾਂਡ ਦੇ ਵਿੱਚ ਸਰਕਾਰ ਵੀ ਸਾਡੀ ਆ, ਜਿਨ੍ਹਾਂ ਲੋਕਾਂ ਨੇ ਇਹ ਜ਼ੁਲਮ ਕੀਤਾ। ਚਲੋ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ BSF ਕੋਈ ਬਿਹਾਰ ਤੋਂ ਆਇਆ, ਕੋਈ ਕਿਤੇੋਂ ਆਇਆ, CRPF ਕੋਈ ਸਟੇਟ ਹੋਰ ਤੋਂ ਆਇਆ, ਉਹ ਚ ਮੰਨ ਲਈਏ ਵੀ ਸਿੱਖ ਹੈ ਨਹੀਂ ਸੀ ਕੋਈ ਵੀ, ਪੰਜਾਬ ਪੁਲਿਸ ਸੀ, ਚਲੋ ਇਹ ਪਿੱਛੇ ਰਹੀ ਆ ਵੀ ਇਹਨਾਂ ਦੀ ਕੋਈ ਭੂਮਿਕਾ ਨਹੀਂ ਸੀ। ਪਰ ਬਰਗਾੜੀ ਵਾਲਾ ਕਾਂਡ ਕੌਣ ਕਰ ਗਿਆ? ਬਿਲਕੁਲ ਸਾਡੇ ਲੋਕਾਂ ਨੇ ਸਾਡੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ, ਉਹਦੇ ਵਿੱਚ ਸਾਡੇ ਹੀ ਨੌਜਵਾਨਾਂ ਦਾ ਕਤਲ ਕੀਤਾ। ਬਿਲਕੁਲ। ਫਿਰ ਸਾਡੇ ਹੀ ਆਗੂਆਂ ਨੇ ਉਹਨਾਂ ਨੂੰ ਢਾਂਸਣਾ ਦਾ ਕੀ ਦੇਣਾ ਸੀ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਤੋਂ ਬਾਅਦ ਵੀ ਦੇਖੋ ਕਿੰਨੇ ਮੋਰਚੇ ਲੱਗੇ ਆ, ਉਹ ਮੋਰਚੇ ਕਿਉਂ ਉਠਾ ਦਿੱਤੇ ਗਏ ਪਤਾ ਹੀ ਨਹੀਂ ਲੱਗਾ ਅੱਜ ਤੱਕ। ਉਸ ਤੋਂ ਬਾਅਦ ਕੀ ਸਮੱਸਿਆਵਾਂ ਆ ਸਾਡੇ ਸਾਰਿਆਂ ਦੇ ਸਾਹਮਣੇ ਆ। ਉਹ ਇਹੀ ਮੈਂ ਗੱਲ ਕਹਿ ਰਿਹਾ ਕਿ ਅਸੀਂ 1984 ਤੋਂ ਬਾਅਦ ਸਿੱਖਿਆ ਕੀ? ਅਸੀਂ 1984 ਤੋਂ ਬਾਅਦ ਵੀ ਹੁਣ ਤੁਸੀਂ ਦੇਖ ਲਿਓ ਅੱਜ ਤੁਸੀਂ ਚੋਣਾਂ ਹੋ ਜਾਣ ਕੀ ਅਸੀਂ ਇਹ ਤੋਂ ਬਾਅਦ 2015 ਦੇ ਵਿੱਚ ਦੋਸ਼ੀ ਆ। ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕਿ 1984 ਦੇ ਵਿੱਚ ਜਿਨ੍ਹਾਂ ਨੇ ਜ਼ਿੰਮੇਵਾਰ ਸੀ ਪਾਰਟੀ, ਚਾਹੇ ਉਹ ਭਾਜਪਾ ਵੀ ਬਰਾਬਰ ਦੀ ਜ਼ਿੰਮੇਵਾਰ ਸੀ, ਅਟਲ ਬਿਹਾਰੀ ਵਾਜਪੇਈ ਉਹਨਾਂ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਤਾਂ ਮੰਨਦੀ ਨਹੀਂ ਸੀ, ਅਸੀਂ ਆਪ ਕਿਹਾ ਇਹਨਾਂ ਨੂੰ ਕਰਵਾਉਣ ਦੇ ਲਈ, ਅਸੀਂ ਉਹਨਾਂ ਨੂੰ ਵੀ ਵੋਟਾਂ ਪਾਈਆਂ। ਅਸੀਂ ਕਦੀ ਇਸ ਗੱਲ ਦੇ ਉੱਤੇ ਅਸੀਂ ਤਾਂ ਝੱਟ ਭੁੱਲ ਜਾਂਦੇ ਹਾਂ। ਹੁਣ 2015 ਦੇ ਵਿੱਚ ਜੋ ਕੁਛ ਘਟਨਾ ਹੋਈ ਆ ਉਹਦੇ ਵਿੱਚ ਚਲੋ ਉਹਨਾਂ ਨੂੰ ਅਸੀਂ ਸਜ਼ਾ ਦਿੱਤੀ, ਉਹਨਾਂ ਨੂੰ ਅਸੀਂ ਗੱਦੀਓਂ ਪਾਰ ਕਰਤਾ। ਰੌਲਾ ਹੀ ਇਹੀ ਆ ਨਾ ਦਲਜੀਤ ਜੀ ਕਿ ਅਸੀਂ ਭੁੱਲਦੇ ਬਹੁਤ ਛੇਤੀ ਆ, ਸਾਡੀ ਜਿਹੜੀ ਮਾਨਸਿਕਤਾ ਉਹ ਬਹੁਤ ਛੇਤੀ ਭੁੱਲ ਜਾਂਦੀ ਆ। ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ 2015 ਦੇ ਵਿੱਚ ਜਿਹੜੇ ਦੋਸ਼ੀ ਸੀ, ਉਸ ਤੋਂ ਬਾਅਦ 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਆ ਤਾਂ ਮੇਰੇ ਖਿਆਲ ਇਲੈਕਸ਼ਨਾਂ ਦਾ ਜਿਹੜਾ ਮੇਨ ਮੁੱਦਾ ਸੀ ਉਹ ਬਰਗਾੜੀ ਕਾਂਡ ਸੀਗਾ। ਉਹਨਾਂ ਨੂੰ ਉਹਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਰੌਲਾ ਪਾਇਆ ਗਿਆ ਕਿ ਅਸੀਂ ਇਹਦੇ ਤੇ ਇਨਸਾਫ ਦਿਵਾਵਾਂਗੇ, ਪਰ ਜਿਹੜੇ ਅਗਲੀਆਂ ਵੋਟਾਂ ਜਿਹੜੀਆਂ ਅਗਲੀਆਂ ਚੋਣਾਂ ਆਉਣ ਦਾ ਵੇਲਾ ਹੋ ਗਿਆ, 2022 ਚੜ੍ਹਨ ਵਾਲਾ ਆ, ਬਹੁਤ ਥੋੜ੍ਹੇ ਮਹੀਨੇ ਰਹਿ ਗਏ, ਪਰ ਅਜੇ ਤੱਕ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਮਿਲੀ। ਦੇਖੋ ਇਹਨਾਂ ਨੇ ਇਹਦੇ ਵਿੱਚ ਇਹਨਾਂ ਨੂੰ ਸਿਰਫ ਵੋਟਾਂ ਨਾਲ ਮਤਲਬ ਆ। ਉਦੋਂ ਦੇਖੋ ਕਿ ਇਹਨਾਂ ਨੇ ਕਿਹਾ ਪਹਿਲਾਂ 2002 ਦੀਆਂ ਚੋਣਾਂ ਦੇ ਵਿੱਚ ਵੀ ਦੇਖ ਲਿਓ ਤੁਸੀਂ, ਬਾਅਦ ਦੀਆਂ ਚੋਣਾਂ ਦੇ ਵਿੱਚ ਵੀ ਜਦੋਂ ਵੀ ਅਮਰਿੰਦਰ ਸਿੰਘ ਦਾ ਬਿਆਨ ਹੁੰਦਾ ਸੀ ਮੈਂ ਖੁੰਡੇ ਨਾਲ ਇਹ ਪੇ-ਪੁੱਤ ਕੁੱਟਣੇ ਆ, ਬਿਲਕੁਲ ਮੈਂ ਇੱਦਾਂ ਕਰ ਰਹੀ ਇਹਨਾਂ ਦੇ ਨਾਲ। ਇਸ ਵੇਲੇ ਤਾਂ ਉਹ ਬਿਲਕੁਲ ਗੁਟਕਾ ਸਾਹਿਬ ਦੀ ਸਹੁੰ ਖਾ ਲਈ ਸੀ ਵੀ ਅਸੀਂ ਨਸ਼ੇ ਵੀ ਕਰਾਂਗੇ, ਬੰਦ ਕਰਾਂਗੇ ਤੇ ਅਸੀਂ ਇਹਨਾਂ ਨੂੰ ਪੇ-ਪੁੱਤ ਨੂੰ ਵੀ ਅੰਦਰ ਕਰਾਂਗੇ। ਬਾਅਦ ਦੇ ਵਿੱਚ ਇਹ ਕਹਿਤਾ ਜੀ ਉਹ ਪ੍ਰੂਫ ਤਾਂ ਕੋਈ ਹੈ ਨਹੀਂ, ਅਸੀਂ ਪ੍ਰੂਫ ਤੋਂ ਬਿਨਾਂ ਕਿੱਦਾਂ ਅਸੀਂ ਅੰਦਰ ਕਰ ਦਈਏ। ਇਹੀ ਗੱਲ ਕੇਜਰੀਵਾਲ ਦੇ ਨਾਲ ਹੋਈ ਆ ਕੇ ਤਾਂ ਬੋਲ ਦਿੱਤਾ ਅਸੀਂ ਜੀ ਇਹਨਾਂ ਨੂੰ ਇੱਦਾਂ ਕਰ ਦੇਵਾਂਗੇ, ਮਜੀਠੀਆ ਦੇ ਖਿਲਾਫ ਬਿਨਾਂ ਕਿਸੇ ਗੱਲ ਤੋਂ ਬੋਲ ਦਿੱਤਾ
ਜੀ ਬਾਅਦ ਦੇ ਵਿੱਚ ਮਾਫੀ ਮੰਗ ਲਈ। ਇਸ ਕਰਕੇ ਤੁਸੀਂ ਲੋਕਾਂ ਦੇ ਉੱਤੇ ਜਿਹੜੇ ਲੀਡਰ ਹੁੰਦੇ ਆ ਉਹ ਖੜੇ ਹੁੰਦੇ ਆ ਜੀ। ਮੈਂ ਇੱਕ ਪ੍ਰੋਗਰਾਮ ਕੀਤਾ ਸੀ ਦਰਸ਼ਨ ਸਿੰਘ ਫੇਰੂਮਾਨ ਹੋਣਾ ਦੇ ਉੱਤੇ, ਉਹ ਵੀ ਅਕਾਲੀ MP ਸੀ ਬਿਲਕੁਲ, ਜਿਨ੍ਹਾਂ ਨੇ ਅਕਾਲੀ MP ਹੁੰਦੇ ਹੋਏ ਵੀ ਜਦੋਂ ਸੰਤ ਫਤਿਹ ਸਿੰਘ ਹੁਣੀ ਜੀ ਆਪਣੇ ਜਿਹੜੀ ਅਰਦਾਸ ਕੀਤੀ ਆ ਉਹ ਤੋਂ ਮੁੱਕਰ ਗਏ, ਉਸ ਵੇਲੇ ਫੇਰੂਮਾਨ ਹੁਣੀ ਖੜ ਗਏ ਵੀ ਨਹੀਂ ਮੈਂ ਇਹਦੇ ਉੱਤੇ ਖੜਾ, ਭੁੱਖ ਹੜਤਾਲ ਕੀਤੀ ਤੇ ਆਪਣੀ ਜਾਨ ਦੇ ਦਿੱਤੀ। ਬਿਲਕੁਲ, ਉਹ ਵੀ ਇਹਨਾਂ ਮਤਿਆਂ ਦੇ ਉੱਤੇ ਸੀ, ਇਹਨਾਂ ਮੰਗਾਂ ਦੇ ਉੱਤੇ। ਤੇ ਇਸ ਕਰਕੇ ਜਿਹੜੇ ਹੁਣ ਜੇ ਅਸੀਂ ਲੋਕਾਂ ਨੂੰ ਅਸੀਂ ਗੱਲ ਕਰੀਏ ਦਰਸ਼ਨ ਸਿੰਘ ਫੇਰੂਮਾਨ ਹੋਣਾ ਦਾ ਕਿੰਨੇ ਲੋਕਾਂ ਨੂੰ ਪਤਾ, ਕਿੰਨੇ ਲੋਕ ਹੀ ਉਹਨਾਂ ਦੇ ਬਾਰੇ ਜਾਣਦੇ ਆ। ਇਸ ਕਰਕੇ ਜਦੋਂ ਅਸੀਂ ਆਪਣੇ ਜਿਹੜੇ ਲੋਕ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਉਹਨਾਂ ਦੇ ਦਿਨ ਦੇ ਉੱਤੇ ਯਾਦ ਨਹੀਂ ਕਰ ਸਕਦੇ, ਫਿਰ ਲੋਕਾਂ ਨੇ ਆਪੇ ਹੀ ਭੁੱਲਣਾ। ਅਸੀਂ ਦੇਖੋ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਕੀ ਫਾਇਦੇ ਨੇ ਬਰਸੀਆਂ ਮਨਾਉਣ ਦੇ ਜਾਂ ਇਹਨਾਂ ਦਿਨਾਂ ਦੇ ਉੱਤੇ ਗੱਲਾਂ ਕਰਨ ਦੇ। ਜੀ ਇਹ ਗੱਲਾਂ ਕਰਨ ਦਾ ਮਤਲਬ ਹੀ ਇਹ ਹੁੰਦਾ ਕਿ ਤੁਸੀਂ ਇਹ ਗੱਲ ਚੇਤੇ ਫੇਰ ਰੱਖੋ ਜੀ, ਅੱਗੇ ਤੋਂ ਤੁਸੀਂ ਜਿਹੜੀ ਗਲਤੀ ਅਸੀਂ ਸਾਡੇ ਇਤਿਹਾਸ ਤੋਂ ਹੀ ਅਸੀਂ ਸਿੱਖਦੇ ਹੁੰਦੇ ਹਾਂ। ਬੰਦੇ ਨੇ ਹਮੇਸ਼ਾ ਹੀ ਜੋ ਵੀ ਗੱਲਾਂ ਸਿੱਖੀਆਂ ਆਪਣੇ ਇਤਿਹਾਸ ਤੋਂ ਰਿਸਰਚ ਕਰਕੇ ਉਹਦੀਆਂ ਜੋ ਗਲਤੀਆਂ ਹੋਈਆਂ ਉਹਦੇ ਵਧੀਆ ਤਰੀਕੇ ਦੇ ਨਾਲ ਉਹਦੇ ਉੱਤੇ ਘੋਖ ਪੜਤਾਲ ਕਰਕੇ ਨਵੇਂ ਉਹਦੇ ਹੱਲ ਕੱਢੇ ਆ। ਇਸ ਕਰਕੇ ਅਸੀਂ ਇਹ ਗੱਲਾਂ ਕਰਦੇ ਹਾਂ ਕਿ ਇਹ ਗਲਤੀ ਹੁਣ ਦੁਬਾਰਾ ਨਾ ਹੋਵੇ। ਪਰ ਅਸੀਂ ਇਹ ਗੱਲਾਂ ਕਰਨੀਆਂ ਸ਼ਾਇਦ ਬੰਦ ਕਰ ਦਿੱਤੀਆਂ। ਇਹੀ ਕਾਰਨ ਆ ਕਿ 1984 ਤੋਂ ਬਾਅਦ ਬਰਗਾੜੀ ਕਾਂਡ ਵਰਗਾ ਕਾਂਡ ਅਜੇ ਜੇ ਅਸੀਂ ਗੱਲ ਕਰ ਲਈਏ ਯੂਪੀ ਜਾਂ ਹਰਿਆਣੇ ਹੋ ਜਾਂਦਾ, ਯੂਪੀ 'ਚ ਹੋ ਜਾਂਦਾ, ਬਿਹਾਰ 'ਚ ਹੋ ਜਾਂਦਾ, ਸ਼ਾਇਦ ਸਾਨੂੰ ਅਜੇ ਬਹੁਤਾ ਨਹੀਂ ਹੋਣਾ ਸੀ ਸ਼ਿਕਵਾ, ਪਰ ਸਾਡੀ ਸਟੇਟ ਦੇ ਵਿੱਚ ਹੀ ਇਹ ਚੀਜ਼ ਹੋ ਜਾਵੇ ਤੇ ਉਸ ਵੇਲੇ ਤਾਂ ਇਹ ਬਹੁਤ ਮੰਦਭਾਗੀ ਘਟਨਾ। ਜੀ ਸੋ ਬਿਲਕੁਲ ਦਲਜੀਤ ਜੀ 1984 ਨੂੰ ਬੀਤਿਆਂ ਵੀ 36-37 ਸਾਲ ਹੋ ਗਏ ਆ ਤੇ ਸਾਡੀ ਅਪੀਲ ਇੱਕ ਵਾਰ ਫਿਰ ਤੋਂ ਉਹਨਾਂ ਸਰਕਾਰਾਂ ਨੂੰ ਜਿਹੜੀਆਂ ਹਰ 5 ਸਾਲ ਬਾਅਦ ਬਦਲ ਕੇ ਕੁਰਸੀ ਤੇ ਕਾਬਜ਼ ਹੋ ਜਾਂਦੀਆਂ ਕਿ ਬੇਸ਼ੱਕ ਜਿਨ੍ਹਾਂ ਨੇ 1984 ਆਪਣੇ ਪਿੰਡੇ ਤੇ ਹੰਡਾਇਆ ਉਹ ਤਾਂ ਸ਼ਾਇਦ ਇਸ ਦੁਨੀਆ ਤੋਂ ਕੂਚ ਕਰ ਗਏ ਹੋਣਗੇ ਬਾਲੇ, ਪਰ ਜੇ ਤੁਸੀਂ ਇਨਸਾਫ ਦਵਾ ਦੋਗੇ ਜਿਸ ਚੀਜ਼ ਦਾ ਤੁਸੀਂ ਰੌਲਾ ਪਾਉਂਦੇ ਹੋ ਕਿ ਅਸੀਂ 1984 ਦਾ ਇਨਸਾਫ ਦਿਵਾਉਣਾ, ਜੇ ਉਹ ਇਨਸਾਫ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਮਿਲ ਗਿਆ ਤਾਂ ਸ਼ਾਇਦ ਜਿਹੜੇ ਉਹਨਾਂ ਦੇ ਪਰਿਵਾਰ ਆ ਉਹਨਾਂ ਦਾ ਜਿਹੜਾ ਥੋੜ੍ਹਾ ਹਰਖ ਜਿਹੜਾ ਆ ਉਹ ਜ਼ਰੂਰ ਮੱਠਾ ਹੋ ਜਾਊਗਾ। ਦਲਜੀਤ ਜੀ ਇਸ ਤੋਂ ਬਾਅਦ ਅੱਗੇ ਚੱਲੀਏ ਆਪਾਂ ਤਾਂ ਮੈਂ ਗੱਲ ਕਰੋਨਾ ਦੀ ਕਰਨਾ ਚਾਹੂੰਗਾ। ਬੇਸ਼ੱਕ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਸਰਕਾਰੀ ਦਾਅਵੇ ਹੋਣ ਲੱਗ ਪਏ ਭਾਰਤ ਦੇ ਵਿੱਚ ਕਿ ਜਿਹੜੇ ਕੇਸ ਆ ਉਹ ਕਾਫੀ ਥੱਲੇ ਆ ਗਏ, ਜਿਹੜੀਆਂ ਮੌਤਾਂ ਦੀ ਦਰ ਵੀ ਕਾਫੀ ਘਟ ਗਈ। ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਨੋ ਡਾਊਟ ਜੇ ਅਸੀਂ ਇਸ ਹਿਸਾਬ ਨਾਲ ਦੇਖੀਏ ਕਿ ਜਿੱਥੇ 3.5 ਲੱਖ ਤੱਕ ਕੇਸ ਆਉਂਦੇ ਸੀ ਹੁਣ 1.5 ਲੱਖ ਆਉਂਦੇ ਆ, ਪਰ 1.5 ਲੱਖ ਇਹ ਬਹੁਤ ਜ਼ਿਆਦਾ। ਬਿਲਕੁਲ 1.5 ਲੱਖ ਤੁਸੀਂ ਇਹ ਨਾ ਕਹੋ 1.5 ਲੱਖ ਇਹ ਤਾਂ ਇਦਾਂ ਦੀ ਚੀਜ਼ ਆ ਕਿ ਜਦੋਂ ਤੁਸੀਂ ਇੱਕ ਵੀ ਬੰਦਾ ਹੋਵੇ ਉਹਨੇ ਸਾਰੇ ਇਨਫੈਕਟਡ ਕਰ ਦੇਣਾ। ਬਿਲਕੁਲ ਅਜੇ ਸਾਡੇ ਕੋਲ 1.5 ਲੱਖ ਇੱਕ ਦਿਨ ਦਾ ਆ ਰਿਹਾ, ਇਸ ਕਰਕੇ ਕੋਈ ਬਹੁਤ ਹੀ ਵਧੀਆ ਨਹੀਂ, ਪਰ ਸਰਕਾਰਾਂ ਫਿਰ ਉੱਥੇ ਹੀ ਆਉਂਦਾ ਇਹਨਾਂ ਨੇ ਆਪਣੀ ਪਿੱਠ ਥਾਪੜਨੀ ਹੁੰਦੀ ਹੈ। ਜਦੋਂ ਬਿਲਕੁਲ ਜ਼ੀਰੋ ਸੀ ਹੋ ਗਏ ਉਸ ਵੇਲੇ ਵੀ ਇਹਨਾਂ ਨੇ ਪਿੱਠ ਥਾਪੜੀ ਸਾਰਾ ਕੁਝ ਖੁੱਲਾ ਛੱਡ ਦਿੱਤਾ ਤੇ ਉਹਦੇ ਵਿੱਚ ਕੁਝ ਨਹੀਂ ਕੀਤਾ। ਜਿਹੜੇ ਮੋਦੀ ਸਰਕਾਰ ਨੇ ਇਹ ਕਿਹਾ ਸੀ ਕਿ ਸਭ ਕਾ ਸਾਥ ਸਭ ਕਾ ਵਿਕਾਸ, ਉਹਦੀ ਤੁਸੀਂ ਦੇਖ ਲਓ ਕਿ ਆ ਕਰੋਨਾ ਵਾਇਰਸ ਤੋਂ ਬਾਅਦ ਹੁਣ ਜਿਹੜੀ ਰਿਪੋਰਟ ਆਈ ਆ 2020 ਦੀ GDP ਉਹਦੇ ਵਿੱਚ ਸਾਡਾ ਜਿਹੜਾ ਗੁਆਂਢੀ ਮੁਲਕ ਛੋਟਾ ਜਿਹਾ ਬੰਗਲਾਦੇਸ਼, ਬਿਲਕੁਲ ਜਿਹੜਾ ਕਿ ਸਾਡੇ ਨਾਲ ਹੀ ਆਜ਼ਾਦ ਹੋਇਆ ਕਹਿ ਲਓ ਪਾਕਿਸਤਾਨ ਤੋਂ ਬਾਅਦ ਚ ਬਣਿਆ, ਫਿਰ 1971 ਦੇ ਵਿੱਚ ਬੰਗਲਾਦੇਸ਼ ਬਣ ਜਾਂਦਾ, ਯਾਨੀ ਇੱਕ ਤਰ੍ਹਾਂ ਨਾਲ ਸਾਡੀ ਡਿਵੀਜ਼ਨ ਤੋਂ ਬਾਅਦ ਵੀ ਉਹਦੀ ਡਿਵੀਜ਼ਨ ਹੋ ਗਈ। ਫਿਰ ਵੀ ਉਹਦੀ ਜਿਹੜੀ ਵਿਕਾਸ ਦਰ ਆ ਕਰੋਨਾ ਦੇ ਦੌਰਾਨ ਵੀ 3.8 ਤੋਂ ਨਹੀਂ ਘਟਦੀ। ਤੇ ਸਾਡਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਕਿ ਅਸੀਂ ਜੀ ਦੁਨੀਆ ਦੇ ਹੁਣ ਅੱਗੇ ਸੁਪਰ ਪਾਵਰ ਜਿਹੜੀ ਬਣਨ ਜਾ ਰਹੇ ਆ, ਦਾਅਵੇ ਕੀਤੇ ਜਾਂਦੇ ਆ, ਅਸੀਂ ਤਾਂ ਜੀ ਸਾਤੋਂ ਪੁੱਛ ਕੇ ਦੁਨੀਆ ਗੱਲ ਕਰੂੰਗੀ। ਮੇਕ ਇਨ ਇੰਡੀਆ ਵਰਗੇ ਜਿਹੜੇ ਇੱਥੇ ਨਾਅਰੇ ਲਾਏ ਜਾਂਦੇ ਆ, ਸਵੱਛ ਭਾਰਤ ਵਰਗੇ ਜਿਹੜੇ ਨਾਅਰੇ ਲੱਗਦੇ ਆ, ਉਹਦੀ GDP -8 ਜਾ ਰਹੀ ਆ। ਪਰ ਦਲਜੀਤ ਜੀ ਗੱਲ ਇਹ ਆ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਹੁਣ BJP ਵਾਲੇ ਕੇਲੇ ਵੰਡਦੇ ਫਿਰਦੇ ਆ 7 ਸਾਲਾਂ ਦਾ, ਜਿਹੜੇ ਸਾਲਗਿਰਾ ਮਨਾਉਂਦੇ ਫਿਰਦੇ ਆ, ਕਦੀ ਖੁਸ਼ੀਆਂ ਮਨਾਉਂਦੇ। ਉੱਧਰ ਮੋਦੀ ਸਾਹਿਬ ਹੁਣੇ ਵੀ ਮਨ ਕੀ ਬਾਤ 'ਚ ਕਹਿੰਦੇ ਆ ਕਿ ਜੋ 70 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਮੈਂ ਇਹਨਾਂ 7 ਸਾਲਾਂ ਦੇ ਵਿੱਚ ਕਰਤਾ। ਆਪਾਂ ਨੂੰ ਇੱਥੋਂ ਤੱਕ ਇਹ ਜਿਹੜੀਆਂ ਫਿਗਰਸ ਆ ਇਹ ਤਸਵੀਰਾਂ ਦਿਸ ਰਹੀਆਂ, ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਡਾ ਜਿਹੜਾ ਦੇਸ਼ ਦਾ ਮੁਖੀ ਆ ਉਹਨੂੰ ਇਹ ਚੀਜ਼ਾਂ ਕਿਉਂ ਨਹੀਂ ਦੱਸਦੀਆਂ? ਬਿਲਕੁਲ ਉਹ ਸੱਚ ਬੋਲਦੇ ਆ ਕਿ ਜੋ 70 ਸਾਲ 'ਚ ਨਹੀਂ ਹੋਇਆ ਉਹ 7 ਸਾਲਾਂ 'ਚ ਇਹਨਾਂ ਨੇ ਕਰਕੇ ਦਿਖਾਇਆ। ਪਹਿਲਾਂ ਤਾਂ ਨੋਟਬੰਦੀ ਦੇ ਵਿੱਚ ਜਿੱਡਾ ਨੁਕਸਾਨ ਇਹਨਾਂ ਨੇ ਕਰਾਇਆ, ਨੋਟਬੰਦੀ ਤਾਂ ਇੰਦਰਾ ਗਾਂਧੀ ਨੇ ਵੀ ਕੀਤੀ ਸੀ। ਇਸ ਕਰਕੇ ਜੇ ਉਹਦੇ ਨਾਲ ਆਪਾਂ ਕੰਪੈਰੀਜ਼ਨ ਕਰਕੇ ਦੇਖੀਏ ਜੋ ਇਹਨੇ ਉੱਥੇ ਕਰਕੇ ਦਿਖਾਇਆ, ਜਿੱਦਾਂ ਲੋਕਾਂ ਨੂੰ ਤੰਗ ਕੀਤਾ, ਜਿੱਦਾਂ ਲੋਕਾਂ ਨੂੰ ਗਰੀਬਾਂ ਨੂੰ ਵੀ ਗਰੀਬ ਕਰ ਦਿੱਤਾ। ਬਹੁਤ ਸਾਰੇ NRI ਵੀਰ, ਕਿਉਂਕਿ ਆਪਾਂ ਸਾਰੇ ਹੀ ਆਉਂਦੇ ਆ ਇੱਥੇ, ਆਪਾਂ ਨਾਲ ਪੈਸੇ ਜ਼ਰੂਰ ਇੰਡੀਆ ਤੋਂ ਲੈ ਕੇ ਆਉਂਦੇ ਆ ਤੇ ਉਹ ਵੱਡਾ ਨੋਟ ਆਪਾਂ ਲੈ ਕੇ ਆਉਂਦੇ ਆ, ਚਾਹੇ ਉਹ 100 ਦਾ ਰੱਖ ਲਓ ਚਾਹੇ 500 ਦਾ ਰੱਖ ਲਓ, 1000 ਦਾ ਚਲੋ ਬਾਅਦ ਦੇ ਵਿੱਚ ਆਇਆ, 100 ਜਾਂ 500 ਦਾ ਆਪਾਂ ਨੋਟ ਲੈ ਕੇ ਆਉਂਦੇ ਆ ਵੀ ਜਦੋਂ ਅਸੀਂ ਵਾਪਸ ਜਾਵਾਂਗੇ ਅਸੀਂ ਉੱਥੇ ਬਾਅਦ ਦੇ ਵਿੱਚ ਸਾਨੂੰ ਕਿਤੇ ਲੈਣੇ ਨਹੀਂ ਪੈਣੇ, ਅਸੀਂ ਵਾਪਸ ਲੈ ਕੇ ਜਾਵਾਂਗੇ। ਬਿਲਕੁਲ ਕਰੋੜਾਂ ਦੀ ਸੰਖਿਆ ਆਪਾਂ ਕਹਿ ਸਕਦੇ ਹਾਂ ਬਾਹਰ ਜਿੰਨੇ ਵੀ ਦੁਨੀਆ ਦੇ ਵਿੱਚ, ਤੇ ਉਹਨਾਂ ਲੋਕਾਂ ਦੇ ਕੋਲ ਜੇ ਮੰਨ ਲਓ
ਘੱਟੋ ਘੱਟ 1000 ਰੁਪਇਆ ਤਾਂ ਹਰ ਇੱਕ ਬੰਦੇ ਦੇ ਕੋਲ ਹੋਣਾ ਜੀ। ਇੰਨਾ ਕੁ ਤਾਂ ਰੱਖਦਾ, ਜ਼ਿਆਦਾ ਹੀ ਹੁੰਦਾ 4-4 5-5 ਹਜ਼ਾਰ ਰੁਪਇਆ ਅਸੀਂ ਗੱਡੀ ਦਾ ਖਰਚ ਵੀ ਕਰਨਾ ਜੀ, ਕਈਆਂ ਨੇ ਜ਼ਿਆਦਾ ਵੀ ਰੱਖਿਆ ਜੀ, ਉਹ ਜ਼ੀਰੋ ਹੋ ਗਿਆ ਜੀ, ਜਿਹੜੇ ਜਾ ਨਹੀਂ ਪਾਏ। ਬਿਲਕੁਲ ਉੱਥੇ ਦੀ ਤਾਂ ਤੁਸੀਂ ਗੱਲੇ ਛੱਡੋ। ਜੀ, ਫਿਰ ਨੇਪਾਲ ਵਰਗੀਆਂ ਕੰਟਰੀਆਂ ਜਿਨ੍ਹਾਂ ਦੇ ਵਿੱਚ ਸਾਡੇ ਸਿੱਧਾ ਪੈਸਾ ਚੱਲਦਾ ਸੀ, ਜੀ, ਉਹਨਾਂ ਕੰਟਰੀਆਂ ਦੇ ਵਿੱਚ ਜਾ ਕੇ ਸਾਡੀ ਇੰਨੀ ਦਸ਼ਾ ਮਾੜੀ ਹੋਈ ਆ, ਉਹ ਤੁਸੀਂ ਦੱਸ ਸਕਦੇ ਆ, ਇਹ ਕਾਂਗਰਸ ਵੇਲੇ ਨਹੀਂ ਹੋਇਆ। ਫਿਰ GST ਦਾ ਮਾਮਲਾ ਰੱਖ ਲਓ ਜੀ, ਵਪਾਰੀ ਵਰਗ ਇੰਨਾ ਕਦੀ ਤੰਗੇ ਹੀ ਨਹੀਂ ਸੀ ਹੋਇਆ, ਬਿਲਕੁਲ ਉਹਨਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਾ ਵੀ ਇਹ ਸਮਝੇ ਨਹੀਂ ਲੱਗੀ GST ਬਣਾਤੀ ਆ, ਹੁਣ ਤੱਕ ਪਤਾ ਨਹੀਂ ਕਿੰਨੀਆਂ ਸੋਧਾਂ ਹੋ ਗਈਆਂ ਦੇਵ ਸਾਹਿਬ ਹੁਣ ਤੱਕ। ਜੀ, ਹਰ ਵਾਰੀ ਉਹਨਾਂ ਨੂੰ ਕੁਛ ਕਿਹਾ ਜਾਂਦਾ, ਬਾਅਦ ਦੇ ਵਿੱਚ ਕੁਛ ਹੋਰ ਲੈ ਕੇ ਜਾਂਦਾ। ਕਿਹਾ ਤਾਂ ਇਹ ਜਾਂਦਾ ਸੀ ਕਿ ਸਾਰਿਆਂ ਦੇ ਉੱਤੇ GST ਬਰਾਬਰ ਲੱਗੂ, ਜਿੱਦਾਂ ਆਪਣੇ ਇੱਥੇ ਕਹਿੰਦੇ ਆ 10% GST ਆਸਟ੍ਰੇਲੀਆ ਦੀ, ਕਿਹਾ ਇਹ ਗਿਆ ਸੀ। ਹੁਣ ਉੱਥੇ GST ਦੇ ਵੀ ਦਾਇਰੇ ਬਣਾਤੇ, ਇਹਦੀ GST ਆਇਆ ਜੀ, ਇਹਦੀ ਆਇਆ, ਤੇ ਉੱਥੇ ਭੰਬਲ ਭੂਸੇ ਦੇ ਵਿੱਚ ਵਪਾਰੀ ਪੈ ਗਏ। ਜਿਹੜੇ ਵਪਾਰੀ ਬਹੁਤ ਨਾਅਰੇ ਲਾਉਂਦੇ ਸੀ 56 ਇੰਚ ਦੀ ਗੱਲ ਕਰਦੇ ਸੀ, 2021 ਦੇ ਵਿੱਚ ਉਸੇ ਪ੍ਰਧਾਨ ਮੰਤਰੀ ਨੂੰ ਨਹੀਂ ਹੁਣ ਸੰਤ ਬਣਾਉਣਾ ਪੈ ਗਿਆ ਜੀ। ਉਹ ਸੰਤ ਇਸੇ ਕਰਕੇ ਬਣਾਉਣਾ ਪੈ ਗਿਆ, ਸੰਤ ਜਿਹੜਾ ਆ ਉਹ ਬੜੀ ਉੱਚੀ ਪੌੜੀ ਆ ਜੀ, ਪਰ ਜਿਹੜਾ 56 ਇੰਚ ਦਾ ਜਾਨੀ ਸੀਨਾ ਦਿਖਾਉਂਦਾ ਸੀ ਉਹ 5 ਸਾਲਾਂ ਦੇ ਵਿੱਚ ਹੀ ਸੰਤ ਬਣ ਗਿਆ। ਬਿਲਕੁਲ ਅਹਿੰਸਾ ਦਾ ਪੁਜਾਰੀ ਬਣ ਗਿਆ 5 ਸਾਲਾਂ ਦੇ ਵਿੱਚ। ਉਹਦਾ ਕਾਰਨ ਕੀ ਆ ਕਿ ਉਹਨੇ ਢੇਰੀ ਢਾਈ ਹੋਆ ਜੀ। ਹੁਣ ਉਹ ਕਰੋਨਾ ਦੇ ਵਿੱਚ ਜੋ ਕੁਛ ਹੋਇਆ ਉਹਦੇ ਵਿੱਚ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਲੱਗ ਗਿਆ। ਤੁਸੀਂ ਦੇਖੋ ਕਿ ਜਿਹੜੇ ਲੋਕ ਉੱਥੇ ਦਿਹਾੜੀ ਦੱਪਾ ਕਰਦੇ ਆ, ਪਰ ਦਲਜੀਤ ਜੀ ਤੁਸੀਂ ਕਹਿੰਦੇ ਆ ਢੇਰੀ ਢਾਈ ਹੈ, ਜਦੋਂ ਉਹਨਾਂ ਦਾ ਮੋਦੀ ਸਾਹਿਬ ਹੁਣਾਂ ਦਾ ਭਾਸ਼ਣ ਸੁਣਦੇ ਆ, ਜਦੋਂ ਵੀ ਉਹ ਆਉਂਦੇ ਆ ਆਪਣੀ ਜਿਹੜੇ ਸਟਾਈਲ ਦੇ ਵਿੱਚ ਬੋਲਦੇ, ਤੁਹਾਨੂੰ ਲੱਗਦਾ ਕਿ ਢੇਰੀ ਸੱਚੀ ਢਾਈ ਹੈ ਜਾਂ ਸਿਰਫ ਉਹ ਜਿਹੜੇ ਸਾਹਮਣੇ ਬੈਠੇ ਉਹਨਾਂ ਨੂੰ ਬੇਵਕੂਫ ਸਮਝ ਕੇ ਆਪਣੀਆਂ ਜੋ ਵੀ ਆ ਜੋ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਦੇਖੋ ਬੰਦਾ ਕਦੀ ਵੀ ਇਹਨੂੰ ਵੀ ਕਹਿ ਦਿੰਦੇ ਹੁੰਦੇ ਆਪਣੇ ਆਪ ਨੂੰ ਬਚਾਉਣਾ ਜੀ, ਕਦੀ ਵੀ ਆਪਣੇ ਉੱਤੇ ਬਲੇਮ ਨਹੀਂ ਬੰਦਾ ਲੈਂਦਾ ਹੁੰਦਾ ਜੀ। ਤੁਸੀਂ ਕਿਸੇ ਬੱਚੇ ਨੂੰ ਪੁੱਛੋ ਜਿਹੜਾ 5ਵੀਂ ਦੇ ਵਿੱਚੋਂ ਫੇਲ ਹੋਇਆ, ਉਹਨੂੰ ਜਾ ਕੇ ਪੁੱਛੋ ਵੀ ਕਾਕਾ ਫੇਲ ਕਿਉਂ ਹੋ ਗਿਆ ਜੀ, ਉਹ ਕਦੀ ਇਹ ਨਹੀਂ ਕਹੂੰਗਾ ਵੀ ਮੈਂ ਜੀ ਪੜ੍ਹਿਆ ਨਹੀਂ ਜੀ, ਉਹ ਇਹ ਕਹੂੰਗਾ ਮੈਂ ਜੀ ਬਿਮਾਰ ਜਿਹਾ ਚੱਲਿਆ ਪੇਪਰਾਂ 'ਚ ਜੀ, ਜਾਂ ਉਹਨੇ ਕਹਿਣਾ ਆ ਕਿ ਜੀ ਪੇਪਰਾਂ ਸਿਲੇਬਸ ਦੇ ਵਿੱਚੋਂ ਬਾਹਰ ਆ ਗਿਆ। ਸਾਡੇ ਵਰਗੇ ਇਹੀ ਕਹਿੰਦੇ ਨੇ, ਮੈਂ ਇਹੀ ਕਹਿੰਦਾ ਕਿ ਸਿਲੇਬਸ ਤੋਂ ਬਾਹਰ ਆ ਗਿਆ, ਜਾਨੀ ਬਹਾਨਾ ਇਦਾਂ ਦਾ ਲਾਉ। ਉਹ ਕਦੀ ਵੀ ਆਪਣੇ ਸਿਰ ਦੇ ਉੱਤੇ ਬਲੇਮ ਨਹੀਂ ਲੈਂਦਾ ਜੀ। ਇਹ ਬੱਚਿਆਂ ਦੀ ਮੈਂ ਗੱਲ ਕਰਦਾ, ਇਹੀ ਸਾਡੇ ਹੁਣ ਵੀ ਗੱਲ ਕਰ ਲਈਏ ਕਿਸੇ ਦੇ ਕੋਲੋਂ ਵੀ ਕੱਲ ਤੂੰ ਕਿਉਂ ਨਹੀਂ ਆਇਆ ਜੀ, ਉਹ ਆਪਣੀ ਰਿਐਲਿਟੀ ਦੇ ਤੌਰ ਦੇ ਉੱਤੇ ਹਾਂ ਵੀ ਮੇਰੀ ਗਲਤੀ ਆ, ਉਹ ਪਹਿਲਾਂ ਹੀ ਇੱਕ ਬਹਾਨਾ ਰੱਖਦਾ ਜੀ। ਉਹਦੇ ਨਾਲ ਕੀ ਹੁੰਦਾ, ਬਿਲਕੁਲ ਉਹ ਸਾਡੇ ਲੀਡਰ ਆ, ਉਹ ਤਾਂ ਸਾਡੇ ਤੋਂ ਵੀ ਸਰਮੌਰ ਆ, ਜਿਹੜੀਆਂ ਅਸੀਂ ਗੱਲਾਂ ਕਰਦੇ ਆ ਉਹ ਤਾਂ ਸਾਡੇ ਤੋਂ ਵੀ ਉੱਤੇ ਦੀਆਂ ਗੱਲਾਂ ਕਰਦੇ ਆ। ਇਸ ਕਰਕੇ ਕਾਫੀ ਜਿਹੜਾ ਇਹਦੇ ਵਿੱਚ ਹੈਗਾ ਕਿ ਦਵੰਦ ਆ ਕਿ ਜੋ ਕੁਝ ਕਿਹਾ ਜਾਂਦਾ ਉੱਦਾਂ ਹੁੰਦਾ ਨਹੀਂ। ਬਿਲਕੁਲ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਆ ਕਿ ਕਰੋਨਾ ਦੇ ਜਿਹੜੇ ਅਸੀਂ ਬਹੁਤ ਕਾਬੂ ਪਾ ਲਿਆ, ਤੇ 70% ਤੋਂ ਥੱਲੇ ਆ ਗਏ ਕੇਸ। ਪਰ ਜੇ ਆਪਾਂ ਇਹਨਾਂ ਦੇਸ਼ਾਂ ਦਾ ਮੁਕਾਬਲਤਨ ਗੱਲ ਕਰੀਏ ਤਾਂ ਇੱਥੇ ਤੇ ਇੱਕ ਕੇਸ ਵੀ ਆ ਜਾਂਦਾ ਤਾਂ ਜਿਹੜੇ ਆ ਸਟੇਟਸ ਹਿੱਲ ਜਾਂਦੀਆਂ, ਉਹ ਨਾਲ ਦੀ ਨਾਲ ਲੋਕਡਾਊਨ ਲਾ ਦਿੰਦੀਆਂ, ਤੇ ਉੱਥੇ 1.5 ਲੱਖ ਦੇ ਕੇਸਾਂ ਤੇ ਵੀ ਖੁਸ਼ ਹੋ ਰਹੀਆਂ ਸਰਕਾਰਾਂ, ਦਾਅਵੇ ਪਿੱਟ ਰਹੀਆਂ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ। ਇਹਦੇ ਨਾਲ ਨਾਲ ਦਲਜੀਤ ਜੀ ਬਲੈਕ ਫੰਗਸ ਦੀ ਮੈਂ ਜ਼ਰੂਰ ਗੱਲ ਕਰਨੀ ਚਾਹੂੰਗਾ, ਕਿਉਂਕਿ ਬਲੈਕ ਫੰਗਸ ਦੇ ਵੀ ਕਾਫੀ ਕੇਸ ਆ ਰਹੇ ਆ ਭਾਰਤ ਦੇ ਵਿੱਚ, ਤੇ ਉਹਨੂੰ ਵੀ ਕਿਤੇ ਨਾ ਕਿਤੇ ਲੁਕਾਇਆ ਜਾ ਰਿਹਾ। ਬਲੈਕ ਫੰਗਸ ਤੇ ਯੈਲੋ ਫੰਗਸ, ਕਿਉਂਕਿ ਜਦੋਂ ਇਦਾਂ ਦੀਆਂ ਮਹਾਮਾਰੀਆਂ ਆਉਂਦੀਆਂ ਉਸ ਤੋਂ ਬਾਅਦ ਹੋਰ ਵੀ ਬਿਮਾਰੀਆਂ ਇਦਾਂ ਦੀਆਂ ਫੈਲਦੀਆਂ ਜੀ। ਇੱਕ ਇਹ ਵੀ ਆ ਕਿ ਸਾਡਾ ਜਿਹੜਾ ਸਿਹਤ ਦਾ ਸਿਸਟਮ ਆ ਉਹ ਇੰਨਾ ਵਧੀਆ ਹੈ ਨਹੀਂ, ਇਹ ਤਾਂ ਸਾਨੂੰ ਸਾਰਿਆਂ ਨੂੰ ਹੁਣ ਪਤਾ ਲੱਗੇ ਗਿਆ ਜੀ। ਅਸੀਂ ਫਿਰ ਜਦੋਂ ਹੁਣ ਸਾਰਿਆਂ ਦਾ ਧਿਆਨ ਕਰੋਨਾ ਵੱਲ ਆ ਜੀ, ਬਹੁਤ ਸਾਰੇ ਮਰੀਜ਼ ਜਾਂਦੇ ਆ ਜਿਨ੍ਹਾਂ ਨੂੰ ਹੋ ਸਕਦਾ ਕੋਈ ਹੋਰ ਪ੍ਰੋਬਲਮ ਹੋਵੇ, ਡਾਕਟਰ ਚੈੱਕ ਹੀ ਨਹੀਂ ਕਰਦੇ ਜੀ, ਉਹਦਾ ਹੋਰ ਕੁਝ ਚੈੱਕ ਹੀ ਨਹੀਂ ਕਰਦੇ, ਉਹ ਇਹ ਕਹੀ ਜਾਂਦੇ ਜਿਹਨੂੰ ਕਰੋਨਾ ਹੋ ਗਿਆ। ਮੌਤਾਂ ਜ਼ਿਆਦਾ ਹੋਣ ਦਾ ਕਾਰਨ ਇੱਕ ਇਹ ਵੀ ਆ, ਬਹੁਤ ਸਾਰੇ ਲੋਕ ਕਹਿੰਦੇ ਆ ਜੀ ਸਾਨੂੰ ਹਸਪਤਾਲ ਜਾਣ ਤੋਂ ਡਰ ਲੱਗਦਾ, ਉੱਥੇ ਅਸੀਂ ਹੋਰ ਬਿਮਾਰੀਆਂ ਨਾਲ ਵੀ ਜਾਂਦੇ ਆ, ਡਾਕਟਰ ਸਾਡੇ ਨੇੜੇ ਆਉਣ ਤੋਂ ਡਰਦਾ ਹੈ, ਤਾਂ ਉਹ ਵੀ ਅਕਸਰ ਨੂੰ ਬੰਦਾ ਹੀ ਆ, ਕਿਉਂਕਿ ਉਹਨਾਂ ਨੂੰ ਫੈਸਿਲਿਟੀਜ਼ ਹੀ ਨਹੀਂ ਇੰਨਾ ਦਿੱਤੀਆਂ ਗਈਆਂ, ਉਹਨਾਂ ਨੂੰ ਨਿਡਰ ਹੋਣ ਤੱਕ ਬਣਾਇਆ ਹੀ ਨਹੀਂ ਗਿਆ ਕਿ ਉਹਨਾਂ ਨੂੰ ਤੁਸੀਂ ਇੱਥੇ ਜੇ ਡਾਕਟਰਸ ਹੈਗੇ ਆ ਉਹਨਾਂ ਨੂੰ ਪਹਿਲਾਂ ਸੇਫਟੀ ਉਹਨਾਂ ਦੀ ਪਹਿਲਾਂ ਜੀ। ਹੁਣ ਤੱਕ ਤੁਸੀਂ ਉੱਥੇ ਦਾ ਰਿਕਾਰਡ ਕੱਢ ਕੇ ਦੇਖੋ ਕਿੰਨੇ ਜ਼ਿਆਦਾ ਡਾਕਟਰ ਜਿਹੜੇ ਆ ਮਰ ਚੁੱਕੇ ਆ ਜੀ। ਫਿਰ ਉਹ ਤੋਂ ਬਾਅਦ ਕੀ ਹੁੰਦਾ ਕਿ ਇਦਾਂ ਦੀਆਂ ਜਿਹੜੀਆਂ ਬਿਮਾਰੀਆਂ ਆ ਉਹ ਵੀ ਅਨਕੰਟਰੋਲਡ ਹੋ ਜਾਂਦੀਆਂ। ਪਰ ਇਹ ਆ ਕਿ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਕਿ ਰੱਬ ਆਸਰੇ ਭਾਵੇਂ ਚੱਲੇ ਥੋੜਾ ਵਧੀਆ ਜਿਹੜਾ ਤਰੀਕੇ ਦੇ ਨਾਲ ਫਿਰ ਪਟੜੀ ਦੇ ਉੱਤੇ ਸਾਰਿਆਂ ਦੀ ਲਾਈਫ ਆ ਜਾਵੇ। ਬਿਲਕੁਲ ਇੰਡੋਜ਼ ਟੀਵੀ ਦੇ ਅਦਾਰੇ ਵੱਲੋਂ ਸਾਡੀ ਤਾਂ ਇਹੀ ਉਮੀਦ, ਅਪੀਲ, ਅਰਦਾਸ ਇਹੀ ਹੋਊਗੀ ਕਿ ਭਾਰਤ ਦੇ ਜੋ ਇਸ ਵੇਲੇ ਹਾਲਾਤ ਬਣੇ ਹੋਏ ਆ ਉਹਦੇ ਪ੍ਰਮਾਤਮਾ ਕਿਰਪਾ ਕਰੇ ਕਿ ਉਹ ਜਿਹੜੇ ਲੋਕ ਆ ਇਸ ਵੇਲੇ ਮੁਸ਼ਕਿਲ ਦੇ ਵਿੱਚ ਪਏ ਉਹ ਛੇਤੀ ਤੋਂ ਛੇਤੀ ਜਿਹੜੇ ਸਿਹਤਯਾਬ ਹੋਣ। ਜਿਸ ਤਰੀਕੇ ਨਾਲ ਉੱਥੇ ਆਕਸੀਜਨ ਦੀ ਪ੍ਰੋਬਲਮ ਆ ਰਹੀ ਹੈ, ਜਿਸ ਤਰੀਕੇ ਨਾਲ ਉੱਥੇ ਕਰੋਨਾ ਵਾਇਰਸ ਦੀ ਜਿਹੜੀ ਆ ਮਹਾਮਾਰੀ ਫੈਲੀ ਹੋਈ ਆ, ਸਾਡੀ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਪ੍ਰਮਾਤਮਾ ਕਿਰਪਾ ਕਰੇ ਤੇ ਜਿਹੜੇ ਸਾਰਾ ਕੁਝ ਛੇਤੀ ਨਿਯੰਤਰਣ ਦੇ ਵਿੱਚ ਆਵੇ। ਇਹਦੇ ਨਾਲ ਨਾਲ ਦਲਜੀਤ ਜੀ ਪ੍ਰੋਗਰਾਮ ਦਾ ਸਮਾਂ ਥੋੜ੍ਹਾ ਰਹਿ ਗਿਆ, ਪਰ ਮੈਂ
ਪੰਜਾਬ ਦੀ ਸਰਕਾਰ ਆ, ਕਾਂਗਰਸ ਸਰਕਾਰ, ਉਹਦੀ ਗੱਲ ਜ਼ਰੂਰ ਕਰਨੀ ਚਾਹੂੰਗਾ ਕਿਉਂਕਿ 2022 ਦਾ ਜਿਹੜਾ ਵਿਗਲ ਆ ਉਹ ਚੋਣਾਂ ਦਾ ਵੱਜ ਚੁੱਕਾ ਅਤੇ ਉਹਦੇ ਨਾਲ ਨਾਲ ਜਿਹੜਾ ਕਾਂਗਰਸ ਦਾ ਪਾੜਾ ਆ ਉਹ ਵੀ ਵੱਧਦਾ ਜਾ ਰਿਹਾ। ਹੁਣ 25 ਵਿਧਾਇਕਾਂ ਨੂੰ ਦਿੱਲੀ ਬੁਲਾਇਆ ਆ। ਇਹਦੀ ਜਿਹੜੀ ਖਾਨਾ ਜੰਗੀ ਆ ਕਾਂਗਰਸ ਦੀ ਸੁਲਝਾਉਣ ਲਈ ਕਿੱਦਾਂ ਦੇਖਦੇ ਹੋ? ਮੈਂ ਤਾਂ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਕਿਹਾ ਸੀ ਵੀ ਕਾਂਗਰਸ ਕਦੀ ਕਿਸੇ ਦੇ ਮਾਰਿਆ ਨਹੀਂ ਮਰਦੀ, ਇਹ ਆਪਣੇ ਭਾਰ ਦੇ ਨਾਲ ਹੀ ਡਿੱਗਦੀ ਹੁੰਦੀ ਹੈ। ਇਹ ਹਮੇਸ਼ਾ ਇਦਾਂ ਹੀ ਹੁੰਦਾ ਕਿਉਂਕਿ ਹਾਈ ਕਮਾਂਡ ਵੀ ਚਾਹੁੰਦੀ ਹੁੰਦੀ ਆ ਵੀ ਇਹ ਇੰਨੇ ਤਾਕਤ ਨਾ ਹੋ ਜਾਣ ਕਿ ਸਾਨੂੰ ਇਹ ਬੰਗਾਰਨ ਲੱਗ ਜਾਣ। ਭਾਰ ਮੈਨੂੰ ਲੱਗਦਾ ਕਾਫੀ ਵੱਧ ਗਿਆ, ਹੁਣ ਤਾਂ ਪੂਰੀ ਤਰ੍ਹਾਂ ਡਿੱਗ ਗਈ। ਨਹੀਂ, ਪਹਿਲਾਂ ਵੀ ਇਦਾਂ ਹੁੰਦੀ ਰਹੀ ਆ। ਤੁਸੀਂ ਪਹਿਲਾਂ ਦਾ ਵੀ ਕੱਢ ਕੇ ਦੇਖੋ, ਬੇਅੰਤ ਸਿੰਘ ਸਰਕਾਰ ਵੇਲੇ ਵੀ ਤੁਸੀਂ ਦੇਖ ਲਓ, ਅਸੀਂ ਆਪ ਦੇਖਦੇ ਰਹੇ ਆ ਬੀਬੀ ਰਜਿੰਦਰ ਕੌਰ ਭੱਠਲ, ਇਹ ਵੀ ਆਪਣਾ ਵੱਖਰਾ ਗਰੁੱਪ ਬਣਾਈ ਬੈਠੀ ਹੁੰਦੀ ਸੀ। ਹੁਣ ਤਾਂ ਚਲੋ ਇਹਦੇ ਨਾਲ ਕੋਈ ਹੈ ਨਹੀਂ ਇੰਨਾ। ਹਰਚਰਨ ਸਿੰਘ ਬਰਾੜ ਦੀ ਆਪਾਂ ਗੱਲ ਕਰ ਲਈਏ, ਉਸ ਵੇਲੇ ਵੀ ਇਦਾਂ ਗਰੁੱਪਿਜ਼ਮ ਇਹਨਾਂ ਦਾ ਪਹਿਲਾਂ ਤੋਂ ਹੀ ਸੀ। ਹਰ ਸਟੇਟ ਦੇ ਵਿੱਚ ਗਰੁੱਪਿਜ਼ਮ ਆ ਕਾਂਗਰਸ ਦਾ। ਉਹਦਾ ਕਾਰਨ ਇਹੀ ਆ ਕਿ ਹਾਈ ਕਮਾਂਡ ਨੂੰ ਈਜ਼ੀਲੀ ਹੈਂਡਲ ਕਰਨਾ ਹੋ ਜਾਂਦਾ। ਜੇ ਇਹ ਸਾਰੇ ਇਕੱਠੇ ਹੋਣ, ਜਿੱਦਾਂ ਰਾਹੁਲ ਗਾਂਧੀ ਚੋਣ ਹਾਰ ਗਿਆ, ਇਹਨੇ ਤਾਂ ਸਾਰਿਆਂ ਨੇ ਕਹਿਣਾ ਸੀ ਲਾ ਕੇ ਇਹਨੂੰ ਪਰੇ ਮਾਰੋ। ਬਿਲਕੁਲ। ਇਸ ਕਰਕੇ ਉਹ ਜਿਹੜੇ ਉੱਪਰਲੇ ਹਾਈ ਕਮਾਂਡ ਵਾਲੇ ਆ ਕਿ ਉਹਨਾਂ ਦੀ ਵੀ ਬੱਲੇ ਬੱਲੇ ਬਣੀ ਰਵੇ, ਉਹ ਦੋ ਧੜਿਆਂ ਨੂੰ ਰੱਖਦੇ ਹੀ ਆ। ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਆਹ ਧੜਾ ਸਾਨੂੰ ਚੈਲੰਜ ਕਰਨ ਲੱਗਾ, ਉਹ ਫਿਰ ਦੂਜੇ ਧੜੇ ਨੂੰ ਥੋੜਾ ਜਿਹਾ ਹਾਵੀ ਕਰ ਦਿੰਦੇ ਆ। ਇਹ ਅਸਲ ਦੇ ਵਿੱਚ ਇਹੀ ਆ। ਪ੍ਰਤਾਪ ਸਿੰਘ ਬਾਜਵਾ ਨੂੰ ਕਿਉਂ ਉੱਪਰ ਚੱਕਿਆ ਸੀ? ਉਹ ਇਸੇ ਕਰਕੇ ਚੱਕਿਆ ਸੀ ਕਿ ਇਹ ਜਿਹੜਾ ਧੜਾ ਆ ਇਹ ਵੀ ਕਿਤੇ ਥੱਲੇ ਨਾ ਡਿੱਗ ਜਵੇ। ਸ਼ਮਸ਼ੇਰ ਸਿੰਘ ਦੁੱਲੋ, ਜੇ ਆਪਾਂ ਗੱਲ ਕਰੀਏ ਕਿ ਉਹਦਾ ਕੋਈ ਏਡਾ ਜਨਤਕ ਆਧਾਰ ਨਹੀਂ, ਬਹੁਤ ਸਾਰੇ ਲੋਕਾਂ ਨੂੰ ਉਹਦਾ ਨਾਮ ਵੀ ਨਹੀਂ ਪਤਾ ਹੋਣਾ, ਪਰ ਉਹਨੂੰ ਵੀ ਕਾਂਗਰਸ ਦਾ ਪ੍ਰਧਾਨ ਬਣਾਇਆ। ਹੰਸਪਾਲ ਇੱਕ ਹੁੰਦੇ ਸੀ, ਉਹਨਾਂ ਦੀ ਤੁਸੀਂ ਗੱਲ ਕਰ ਲਓ। ਇੱਦਾਂ ਹੀ ਮਾਧੋਰਾਓ ਸਿੰਧੀਆ ਹੋਣਾ ਦੀ ਉਹ ਕਿਉਂ ਨਿਕਲ ਗਏ? ਉਹਦਾ ਕਾਰਨ ਹੀ ਇਹ ਹੋਇਆ ਕਿ ਇੱਥੇ ਇਹਨਾਂ ਨੂੰ ਜਦੋਂ ਲੱਗਦਾ ਕਿ ਇਹ ਬਹੁਤ ਉੱਪਰ ਜਾਣ ਲੱਗਾ, ਅਸੀਂ ਇਹਨੂੰ ਥੋੜਾ ਜਿਹਾ ਥੱਲੇ ਕਰ ਦਈਏ। ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਟਸਲਬਾਜ਼ੀਆਂ ਚੱਲਦੀਆਂ ਰਹਿਣੀਆਂ ਕਾਂਗਰਸ ਦੀ ਪਾਲਿਸੀ ਦੇ ਵਿੱਚ ਹੀ ਆ। ਇਹਨਾਂ ਨੇ ਬਾਅਦ ਦੇ ਵਿੱਚ ਉਹਨਾਂ ਨੇ ਹੁਣ ਦੇਖੋ ਉਹ ਉੱਥੇ ਦਿੱਲੀ ਜਾਣਾ ਪੈ ਰਿਹਾ, ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਸ਼ੋਅ ਕਰ ਦਿੱਤਾ ਵੀ ਤੁਸੀਂ ਸਾਡੇ ਤੋਂ ਛੋਟੇ ਹੀ ਆ, ਅਸਲੀ ਕਮਾਂਡਰ ਅਸੀਂ ਆ, ਸਾਡੇ ਤੋਂ ਡਰ ਕੇ ਚੱਲੋ, ਸਾਡੇ ਅਕੋਰਡਿੰਗ ਚੱਲੋ। ਬਾਅਦ ਦੇ ਵਿੱਚ ਉਹਨਾਂ ਨੇ ਜੋ ਡਿਸੀਜਨ ਦੇਣਾ ਆ ਉਹ ਫਿਰ ਦੋਨਾਂ ਧਿਰਾਂ ਨੂੰ ਹੀ ਮਨਜ਼ੂਰ ਹੋ ਜਾਣਾ, ਕਿਉਂਕਿ ਉਹਨਾਂ ਨੂੰ ਲੱਗ ਜਾਣਾ ਆ ਵੀ ਹਾਂ ਇਹ ਸੱਚੀ। ਪਰ ਜੋ ਜਿਸ ਤਰੀਕੇ ਨਾਲ ਹਾਲਾਤ ਦਿਲਜੀਤ ਜੀ ਬਣੇ, ਤੁਹਾਨੂੰ ਲੱਗਦਾ ਕਿ ਇੱਥੋਂ ਜਿਹੜੀ ਵਾਪਸੀ ਜਾਂ ਕੰਟਰੋਲ ਕਰ ਸਕਦੀ ਹੈ ਹਾਈ ਕਮਾਂਡ? ਨਹੀਂ, ਇਹ ਤਾਂ ਅਸਲ ਦੇ ਵਿੱਚ ਇਹ ਹੈ ਕਿ ਜਿਹੜੇ ਬਾਗੀ ਵੀ ਹੋਏ ਆ, ਅਸਲ ਦੇ ਵਿੱਚ ਉਹਨਾਂ ਨੂੰ ਹੁਣ ਇਹ ਸਮਝ ਨਹੀਂ ਆਉਂਦੀ ਕਿ ਸਾਲ ਇੱਕ ਰਹਿ ਗਿਆ। ਅਸੀਂ ਹੁਣ ਲੋਕਾਂ ਕੋਲ ਕੀ ਦਸੀਏ, ਅਸੀਂ ਲੋਕਾਂ ਨੂੰ ਕੀ ਕਹੀਏ ਕਿ ਅਸੀਂ ਜਿਹੜੇ ਆਧਾਰ ਦੇ ਉੱਤੇ ਵੋਟਾਂ ਮੰਗੀਆਂ। ਲੋਕਾਂ ਕੋਲ ਕੈਪਟਨ ਸਾਹਿਬ ਕਹੀ ਤਾਂ ਜਾਂਦੇ ਦਲਜੀਤ ਜੀ ਕਿ ਮੈਂ 17 ਲੱਖ ਦੇਤੀਆਂ ਆ ਜਿਹੜੀਆਂ ਜੌਬਸ ਆ, ਤੇ ਮੈਂ 1 ਲੱਖ ਹੁਣ ਆਉਣ ਵਾਲੇ 6 ਮਹੀਨਿਆਂ 'ਚ ਦੇਣੀਆਂ। ਮੈਂ ਤਾਂ ਚੱਲਿਆ ਸੀ ਇੰਡੀਆ ਨੂੰ, ਮੈਂ ਤਾਂ ਟਿਕਟ ਕਰਾਉਣ ਲੱਗੇ, ਉਹ ਕਰੋਨਾ ਕਰਕੇ ਮਿਲੀ ਨਹੀਂ, ਪਰ ਉਹ ਸ਼ੁਕਰ ਹੈ ਨਹੀਂ ਮਿਲੀ। ਉਸ ਤੋਂ ਬਾਅਦ ਹੁਣ ਮੈਨੂੰ ਪਤਾ ਲੱਗਾ ਕਿ ਜਿਹੜੀਆਂ 2 ਜੌਬਾਂ ਦਿੱਤੀਆਂ ਉਹ ਕਿੱਧਰ ਨੂੰ ਗਈਆਂ, ਉਹ ਬਾਕੀ 99,000 ਵੀ ਮੈਨੂੰ ਲੱਗਦਾ ਉੱਧਰ ਨੂੰ ਜਾਣੀਆਂ। ਦੇਖੋ, ਇਹਦੇ ਵਿੱਚ ਖਾਸ ਅਧਿਕਾਰ ਹੁੰਦੇ ਆ ਗੌਰਮੈਂਟ ਦੇ ਕੋਲ ਕਿ ਜਿਹੜੀਆਂ ਖਾਸ ਜਿਹੜੀਆਂ ਜੌਬਸ ਆ ਇਹ ਦੇ ਸਕਦੇ ਆ। ਕਿਸੇ ਦਾ ਕੋਈ ਜਿੱਦਾਂ ਹੁੰਦਾ ਕਿ ਕਿਸੇ ਦੀ ਡੈਥ ਹੋ ਜਾਂਦੀ ਆ, ਕਿਸੇ ਦੇ ਜਿਹੜਾ ਯਾਨੀ ਬਾਲੀ ਵਾਰਸ ਹੋਵੇ, ਜਿਹੜੀ ਇਨਕਮ ਉਹਦੇ ਤੇ ਆਧਾਰਿਤ ਹੋਵੇ, ਉਹਨੂੰ ਜੌਬ ਮਿਲਦੀ ਆ। ਇਹ ਸਾਡੇ ਸੰਵਿਧਾਨ ਦੇ ਅਕੋਰਡਿੰਗ ਆ, ਸਾਡੇ ਕਾਨੂੰਨ ਦੇ ਵਿੱਚ ਆ। ਹੁਣ ਇੱਕ ਪਹਿਲਾਂ ਇਹ ਰਕੇਸ਼ ਪਾਂਡੇ ਹੁਣੀ ਆ MLA ਲੁਧਿਆਣੇ ਦੇ, ਇਹਨਾਂ ਦੇ ਡੈਡੀ ਦੀ 1987 ਦੇ ਵਿੱਚ ਡੈਥ ਹੋਈ ਸੀ। 1987 ਦੇ ਵਿੱਚ ਖਾੜਕੂਆਂ ਦੇ ਨਾਲ ਇਹ ਹੋਇਆ ਤੇ ਉੱਥੇ ਇਹਨਾਂ ਦੀ ਮੌਤ ਹੋ ਗਈ। ਫਤਿਹ ਜੰਗ ਸਿੰਘ ਬਾਜਵਾ, ਇਹਨਾਂ ਦੇ ਡੈਡੀ ਦੀ ਵੀ 1987 ਦੇ ਵਿੱਚ ਹੀ ਅੰਮ੍ਰਿਤਸਰ ਦੇ ਵਿੱਚ, ਰਕੇਸ਼ ਪਾਂਡੇ ਦੇ ਡੈਡੀ ਦੀ ਲੁਧਿਆਣੇ ਡੈਥ ਹੋਈ ਆ ਤੇ ਇਹਦੀ ਡੈਥ ਹੋਈ ਆ ਅੰਮ੍ਰਿਤਸਰ ਦੇ ਵਿੱਚ। ਹੁਣ ਉਹਨਾਂ ਨੂੰ ਤਰਸ ਦੇ ਆਧਾਰ ਤੇ, ਇਹਨੂੰ ਕਹਿ ਦਿੰਦੇ ਆ ਕਿ ਤਰਸ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਜੌਬਾਂ ਦਿੱਤੀਆਂ ਗਈਆਂ। ਕੀ ਗੱਲ 1987 ਤੋਂ ਬਾਅਦ ਇੰਨੀ ਵਾਰ ਕੈਪਟਨ ਦੀ ਸਰਕਾਰ ਆਈ ਆ, ਕਾਂਗਰਸ ਦੀ ਸਰਕਾਰ ਰਹੀ ਆ, ਬੇਅੰਤ ਸਿੰਘ ਦੀ ਸਰਕਾਰ ਰਹੀ ਆ, ਉਸ ਵੇਲੇ ਦਾ ਬਹੁਤ ਤੁਸੀਂ ਹਾਰਡ ਡਿਸੀਜਨ ਲਏ ਆ। ਇਹ ਹੁਣੇ ਕਿਉਂ ਚੇਤੇ ਆਏ ਆ? ਚੇਤੇ ਇਸ ਕਰਕੇ ਆਏ ਆ ਕਿ ਰਕੇਸ਼ ਪਾਂਡੇ ਬਗਾਵਤੀ ਸੁਰਾਂ ਲਾਪਿਆ ਸੀ ਉਹ ਗੱਲਾਂ ਆਪਣ। ਦੂਜਾ ਫਤਿਹ ਜੰਗ ਸਿੰਘ ਬਾਜਵਾ ਜਿਹੜਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਆ, ਉਹ ਵੀ ਲਾਪਿਆ ਸੀ। ਉਹਨਾਂ ਦੋਨਾਂ ਨੂੰ ਕੰਟਰੋਲ 'ਚ ਕਹਿੰਦੇ ਨਹੀਂ ਹੁੰਦੇ ਕਿ ਕਿਸੇ ਨੂੰ ਕਾਣਾ ਕਰ ਦੋ, ਉਹ ਘੱਟੋ ਘੱਟ ਬੋਲਦਾ ਨਹੀਂ ਹੁੰਦਾ। ਪਰ ਇਹਨਾਂ ਨੂੰ ਇਹ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਆ, 2017 ਦੇ ਵਿੱਚ ਰਵਨੀਤ ਸਿੰਘ ਬਿੱਟੂ ਜਿਹੜਾ ਕਿ ਲੁਧਿਆਣੇ ਤੋਂ ਇਸ ਵੇਲੇ MP ਆ, ਪਹਿਲਾਂ ਆਨੰਦਪੁਰ ਸਾਹਿਬ ਤੋਂ MP ਸੀ, ਉਹਦੇ ਭਰਾ ਨੂੰ ਵੀ ਬਣਾਇਆ ਗਿਆ, ਉਹਨੂੰ ਵੀ DSP ਸ਼ਾਇਦ ਭਰਤੀ ਕੀਤਾ ਗਿਆ ਸੀ। ਇੱਦਾਂ ਹੀ ਜਿਹੜਾ ਰਕੇਸ਼ ਪਾਂਡੇ ਤੇ ਫਤਿਹ ਜੰਗ ਸਿੰਘ ਬਾਜਵਾ, ਇਹਨਾਂ ਦੇ ਮੁੰਡੇ ਨੂੰ ਇੱਕ ਨੂੰ ਤਹਿਸੀਲਦਾਰ ਬਣਾਇਆ, ਇੱਕ ਨੂੰ DSP ਬਣਾਇਆ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿਹਾ ਕਿ ਤਰਸ ਦੇ ਆਧਾਰ ਦੇ ਉੱਤੇ। ਉਹੀ ਗੱਲ ਮੈਂ ਕਰਨ ਲੱਗਾ ਸੀ ਦਲਜੀਤ ਜੀ, ਜਿੱਦਾਂ ਤੁਸੀਂ ਕਿਹਾ ਕਿ ਇਹ ਤਰਸ ਦੇ ਆਧਾਰ ਤੇ ਸਰਕਾਰਾਂ ਦਿੰਦੀਆਂ ਹੁੰਦੀਆਂ। ਜਦੋਂ ਕੋਈ ਅਫਸਰ ਮਰਦਾ, ਜੇ ਆਮ ਲੋਕਾਂ 'ਚ ਕੋਈ ਅਫਸਰ ਮਰਦਾ, ਜੇ ਉਹਦੀ ਕਿਤੇ ਡੈਥ ਹੁੰਦੀ ਆ, ਪਰਿਵਾਰ 'ਚ ਉਹਨੂੰ ਭਰਪਾਈ ਕਰਨ ਲਈ ਤਰਸਤਾ ਦੇ ਆਧਾਰ ਤੇ ਉਹਨੂੰ ਚਪੜਾਸੀ ਲਾਇਆ ਜਾਂਦਾ। ਪਰ ਇੱਥੇ ਇੱਕ ਜਣੇ ਨੂੰ ਤਹਿਸੀਲਦਾਰ ਤੇ ਇੱਕ ਜਣੇ ਨੂੰ DSP।
ਇਹੀ ਉਹੀ ਗੱਲ ਹੋਈ ਇੱਥੇ ਆ ਹਾਂ ਤੁਹਾਡਾ ਕੁੱਤਾ ਕੁੱਤਾ ਮੇਰਾ ਕੁੱਤਾ ਟੌਮੀ, ਉਹ ਵਾਲਾ ਕੰਮ ਆ। ਦੂਜੀ ਗੱਲ ਇਹਦੇ ਵਿੱਚ ਇਹ ਦੇਖੋ ਕਿ ਤਰਸ ਦੇ ਆਧਾਰ ਦੇ ਉੱਤੇ ਰਵਨੀਤ ਸਿੰਘ ਬਿੱਟੂ ਦੀ ਮੈਨੂੰ ਇੱਕ ਵੀ ਗੱਲ ਦੱਸੋ ਕਿ ਉਹਨੂੰ ਟਿਕਟ ਕਿਉਂ ਦਿੱਤੀ ਗਈ ਆ, ਉਹਦੀ ਕੀ ਪ੍ਰਾਪਤੀ ਸੀ ਦੱਸੋ ਜੀ। ਉਹਨੂੰ ਤਰਸ ਦੇ ਆਧਾਰ ਤੇ ਵੀ ਉਹਦੇ ਦਾਦੇ ਦੀ ਡੈਥ ਹੋਈ ਹੈ, ਇਸੇ ਆਧਾਰ ਤੇ ਉਹਨੂੰ ਟਿਕਟ ਦਿੱਤੀ ਆ। ਬਿਲਕੁਲ। ਜਿਹੜਾ ਉਹਦਾ ਭਰਾ ਗੁਰਕੀਰਤ ਸਿੰਘ MLA ਆ ਜੀ, ਕੇਤੀਆ ਕਾਂਡ ਤੁਸੀਂ ਸੁਣਿਆ ਹੋਣਾ, ਕੇਤੀਆ ਕਾਂਡ ਜਿਹੜਾ ਰੇਪ ਕਾਂਡ ਹੋਇਆ, ਜਰਮਨੀ ਤੋਂ ਕੁੜੀ ਆਈ ਆ, ਉਹ ਰੇਪ ਕੇਸ ਦੇ ਵਿੱਚ ਫਸਿਆ ਸੀ, ਉਸ ਬੰਦੇ ਨੂੰ MLA ਦੀ ਟਿਕਟ ਮਿਲੀ, ਉਹ ਆ MLA ਬਣਿਆ ਹੋਇਆ। ਉਹ ਗੁਰਕੀਰਤ ਸਿੰਘ ਨੂੰ ਤਰਸ ਦੇ ਆਧਾਰ ਤੇ ਨਹੀਂ ਮਿਲੀ ਉਹ MLA ਦੀ ਟਿਕਟ, ਉਹ ਕਿਸੇ ਆਧਾਰ ਦੇ ਉੱਤੇ ਉਹ ਤਾਂ ਪੂਰਾ ਹੀ ਨਹੀਂ ਉਤਰਦਾ। ਨਹੀਂ, ਸਭ ਤੋਂ ਮੇਨ ਆਧਾਰ ਤੇ ਦਲਜੀਤ ਜੀ ਪੂਰਾ ਕਰ ਲਿਆ, ਕੇਸ ਚੱਲ ਗਿਆ। ਜੇ ਆਪਣੀ ਪਾਰਲੀਮੈਂਟ ਦਾ ਹਿਸਾਬ ਲਾਓ ਕਿੰਨਿਆਂ ਤੇ ਕੇਸ ਚੱਲਦੇ, ਮੇਰੇ ਖਿਆਲ ਮੇਨ ਜਿਹੜਾ ਉਹ ਪੈਰਾਮੀਟਰ ਹੈ ਉਹ ਇਹੀ ਆ ਕਿ ਅਪਰਾਧਿਕ ਮਾਮਲਾ ਕੋਈ ਤੁਹਾਡੇ ਤੇ ਦਰਜ ਹੈ ਤੇ ਆਓ ਟਿਕਟ ਲਓ। ਬਿਲਕੁਲ। ਹੁਣ ਰਾਕੇਸ਼ ਪਾਂਡੇ ਆ, ਇਹਨੂੰ ਟਿਕਟ ਕਿਉਂ ਮਿਲੀ ਆ? ਕਿਉਂਕਿ ਇਹਦੇ ਡੈਡੀ ਦੀ ਡੈਥ ਹੋਈ ਸੀ, ਇਹਨੂੰ ਦੇਤੀ। ਫਤਿਹ ਜੰਗ ਸਿੰਘ ਬਾਜਵਾ ਦਾ ਕਿੱਡਾ ਜੀ ਵੱਡਾ ਆਧਾਰ ਹੈ, ਜਾਂ ਪ੍ਰਤਾਪ ਸਿੰਘ ਬਾਜਵਾ ਕਿੱਡਾ ਕਿ ਇਹਨਾਂ ਨੇ ਕੰਮ ਕੀਤਾ ਹੈ ਜਿਹੜਾ ਅਸੀਂ ਨਹੀਂ ਕੀਤਾ, ਸਾਨੂੰ ਕਿਉਂ ਨਹੀਂ ਟਿਕਟਾਂ ਮਿਲੀਆਂ? ਇਹਨਾਂ ਨੂੰ ਇਸੇ ਕਰਕੇ ਮਿਲੀਆਂ ਕਿ ਇਹਨਾਂ ਦੇ ਦਾਦੇ ਪੜਦਾਦੇ ਪੋਲਿਟਿਕਸ ਦੇ ਵਿੱਚ ਆਧਾਰ ਰੱਖਦੇ ਸੀ। ਰਿਜ਼ਰਵੇਸ਼ਨ ਤਾਂ ਇੱਕ ਤਰ੍ਹਾਂ ਦੀ ਇਹਨਾਂ ਨੇ ਸਿੱਧੀ ਮਿਲੀ ਹੋ ਆ। ਜਿੰਨੇ ਵੀ ਲੀਡਰ ਆ ਜਿਹੜੇ ਟਿਕਟਾਂ ਲੈਂਦੇ ਆ, ਸੁਖਬੀਰ ਸਿੰਘ ਬਾਦਲ ਉਹਨੂੰ ਵੀ ਰਿਜ਼ਰਵੇਸ਼ਨ ਹੀ ਮਿਲੀ ਹੋ ਆ। ਤੁਹਾਨੂੰ ਦਲਜੀਤ ਜੀ ਟਿਕਟ ਮਿਲ ਨਹੀਂ ਸਕਦੀ ਕਿਉਂਕਿ ਤੁਸੀਂ ਆਉਂਦੇ ਹੋ ਕਿਸਾਨੀ ਪਰਿਵਾਰ ਚੋਂ। ਤੁਸੀਂ ਜਿਹੜੀ ਆ ਉਹ ਫਾਰਮਿੰਗ ਕਰੋ, ਕਿਸਾਨੀ ਕਰੋ ਤੇ ਉਸ ਤੋਂ ਬਾਅਦ ਜਾ ਕੇ ਧਰਨੇ ਦਿਓ ਦਿੱਲੀ ਦੇ ਬਾਰਡਰਾਂ ਤੇ। ਨਹੀਂ, ਅਸਲ ਵਿੱਚ ਸਾਡੇ ਕਿਸਾਨ ਦਿੰਦੇ ਆ ਇਹ ਜਿਹੜੇ ਜੰਮੇ ਕਹਿੰਦੇ ਹੁੰਦੇ ਨਾ ਬੋਰਨ ਵਿਦ ਗੋਲਡਨ ਸਪੂਨ, ਇਹ ਜਿਹੜੇ ਸੱਤਾ ਦਾ ਸੁੱਖ ਭੋਗਦੇ ਆ ਇਹ ਉਹਨਾਂ ਨੂੰ ਮਿਲਦੇ ਆ ਹੈਗੇ। ਇਹ ਵੀ ਕਿਸਾਨੀ ਪਰਿਵਾਰ ਚੋਂ। ਫਰਕ ਇੰਨਾ ਆ ਵੀ ਸਾਡਾ ਤੋਰੀ ਫੁਲਕਾ ਹੀ ਕਿਸਾਨੀ ਚੋਂ ਚੱਲਦਾ, ਇਹ ਬੰਦੇ ਸਿਰਫ ਨਾਂ ਦੇ ਕਿਸਾਨ ਆ, ਇਹਦਾ ਅੰਦਰ ਬੈਠੇ ਆ ਤੇ ਇਹਨਾਂ ਦੀ ਜਿਹੜੀ ਸਾਰਾ ਕੁਝ ਚੱਲਦਾ। ਇਸ ਕਰਕੇ ਇਹਨਾਂ ਤੋਂ ਰੱਬ ਹੀ ਬਚਾਵੇ। ਫਿਰ ਅਸੀਂ ਇਹੀ ਗੱਲ ਕਹਿੰਦੇ ਆ ਕਿ 1984 ਜੋ ਕੁਝ ਹੋਇਆ ਉਹਨਾਂ ਦੇ ਵਿੱਚ ਆਹੀ ਸਾਡੀਆਂ ਗਲਤੀਆਂ ਸੀ। ਉਸ ਵੇਲੇ ਵੀ ਅਸੀਂ ਇਹੀ ਗਲਤੀਆਂ ਕਰਦੇ ਸੀ, ਅੱਜ ਵੀ ਅਸੀਂ ਕੁਝ ਸਿੱਖਿਆ ਨਹੀਂ। ਲੋਕਾਂ ਨੂੰ ਜ਼ਰੂਰ ਇਸ ਗੱਲ ਦੇ ਬਾਰੇ ਅਵੇਅਰ ਰਹਿਣਾ ਚਾਹੀਦਾ। ਨਹੀਂ ਸਿੱਖਿਆ ਦਲਜੀਤ ਜੀ, ਸਰਕਾਰਾਂ ਨੇ ਸਿੱਖਿਆ ਕਿ ਲੋਕਾਂ ਨੂੰ ਕਿੱਦਾਂ ਬੇਵਕੂਫ ਬਣਾਉਣ, ਤੇ ਉਹ ਅੱਜ ਤੱਕ ਪਿਛਲੇ 37-38 ਸਾਲਾਂ ਤੋਂ ਬਣਾਈ ਜਾਂਦੇ ਤੇ ਉਹਨਾਂ ਨੇ ਬਣਾਉਂਦੇ ਰਹਿਣਾ ਜਿੰਨੇ ਚਿਰ ਤੱਕ ਸਾਡੇ ਲੋਕ ਸਿਆਣੇ ਨਹੀਂ ਹੁੰਦੇ, ਜਿੰਨੀ ਦੇਰ ਤੱਕ ਸਾਡੇ ਲੋਕ ਆਪਣੀ ਵੋਟ ਦੀ ਪਾਵਰ ਨਹੀਂ ਸਮਝਦੇ। ਸੋ ਇਹਨਾਂ ਸਾਰੀਆਂ ਗੱਲਾਂ ਬਾਤਾਂ ਨਾਲ ਦਲਜੀਤ ਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਪੂਰਾ ਹੋ ਚੁੱਕਾ, ਪਰ ਇਹਦੇ ਨਾਲ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ RK ਕੁਮਾਰ ਹੁਣੀ, ਅਜੇਪਾਲ ਸਿੰਘ ਥਿੰਦ ਤੇ ਗੁਰਦੀਪ ਸਿੰਘ ਨਿੱਜਰ, ਇਹਨਾਂ ਦੀ ਟਿੱਪਣੀ ਆਈ ਇਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ। ਦਲਜੀਤ ਜੀ ਪ੍ਰੋਗਰਾਮ ਦਾ ਸਮਾਂ ਮੁਕੰਮਲ ਆ ਜੀ, ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਲਈ ਬਹੁਤ ਬਹੁਤ ਧੰਨਵਾਦ ਦੋਸਤੋ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਗੱਲਬਾਤ ਕੌੜੀ ਚਾਹੇ ਲੱਗੀ ਹੋਵੇ ਪਰ ਚੰਗੀ ਜ਼ਰੂਰ ਲੱਗੀ ਹੋਊਗੀ। ਜੇ ਚੰਗੀ ਲੱਗੀ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਜਿਹੜੀ ਆਵਾਜ਼ ਹੈ ਸਾਡੀ ਕਿਤੇ ਨਾ ਕਿਤੇ ਇਹ ਜਿਹੜੀਆਂ ਬੋਲੀਆਂ ਸਰਕਾਰਾਂ ਇਹਨਾਂ ਤੱਕ ਪਹੁੰਚੇ। ਤੇ ਇਸ ਪ੍ਰੋਗਰਾਮ ਦੇ ਬਾਰੇ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਜੇਕਰ ਕੋਈ ਭੁੱਲ ਚੁੱਕ ਹੋਈ ਜਾਂ ਤਰੁੱਟੀ ਹੋਈ ਤਾਂ ਉਹ ਸਾਡੇ ਤੱਕ ਸਾਨੂੰ ਜਾਣੂ ਜ਼ਰੂਰ ਕਰਵਾਇਓ ਤਾਂ ਜੋ ਅਸੀਂ ਉਸ ਤਰੁੱਟੀ ਨੂੰ ਦੂਰ ਕਰਕੇ ਪ੍ਰੋਗਰਾਮ ਨੂੰ ਹੋਰ ਵਧੀਆ ਕਰਕੇ ਤੁਹਾਡੇ ਤੱਕ ਲੈ ਕੇ ਆ ਸਕੀਏ। ਇਹ ਪ੍ਰੋਗਰਾਮ ਹਰ ਬੁੱਧਵਾਰ ਅਸੀਂ ਲਾਈਵ ਕਰਦੇ ਹਾਂ ਫੇਸਬੁੱਕ ਤੇ YouTube ਚੈਨਲ ਤੇ। ਇਹਦੇ ਵਿੱਚ ਸ਼ਿਰਕਤ ਕਰਿਆ ਕਰੋ ਆਪਣੇ ਸਵਾਲਾਂ ਦੇ ਨਾਲ। ਇਹਦੇ ਨਾਲ ਮੈਨੂੰ ਦੇਵ ਸਿੱਧੂ ਨੂੰ ਤੇ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।